ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਗੱਲ ਹੁਣ ਪੰਜਾਬ ਦੇ ਭਵਿੱਖ ਦੀ। ਆਖਿਰਕਾਰ ਕਿਸਾਨ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਕੁੱਦ ਚੁੱਕੇ ਨੇ। ਕਿਸਾਨਾਂ ਨੇ ਆਪਣਾ ਫੈਸਲਾ ਲੈ ਲਿਆ, ਪਰ ਚੁਣੌਤੀਆਂ ਕੀ ਨੇ, ਉਹਨਾਂ ਵਿੱਚੋਂ ਪਾਰ ਕਿੱਦਾਂ ਲੰਘਣਾ ਆ, ਇਹ ਸਾਰੇ ਸਵਾਲ ਜਿਹੜੇ ਨੇ ਉਹ ਕਿਸਾਨਾਂ ਦੇ ਅੱਗੇ ਖੜੇ ਨੇ। ਜਦੋਂ ਕਿਸਾਨ ਬੇਰੁਜ਼ਗਾਰਾਂ ਦੀ ਗੱਲ ਕਰਦੇ ਨੇ, ਸਿੱਖਿਆ ਦੀ ਗੱਲ ਕਰਦੇ ਨੇ, ਸਿਹਤ ਦੀ ਗੱਲ ਕਰਦੇ ਨੇ, ਤਾਂ ਲੋਕ ਪੁੱਛਦੇ ਨੇ ਕਿ ਕਿਸਾਨਾਂ ਦਾ ਮਾਡਲ ਹੁਣ ਕਿਸ ਤਰ੍ਹਾਂ ਦਾ ਹੋਏਗਾ, ਕਿਸਾਨਾਂ ਦਾ ਮੈਨੀਫੈਸਟੋ ਕਿਸ ਤਰ੍ਹਾਂ ਦਾ ਹੋਏਗਾ, ਸਾਰੇ ਵਰਗਾਂ ਨੂੰ ਕਿਵੇਂ ਇੱਕ ਕਲਾਵੇ ਵਿੱਚ ਲੈ ਕੇ ਚੱਲਿਆ ਜਾਣਾ। ਇਹ ਸਾਰੇ ਸਵਾਲ ਜਿਹੜੇ ਨੇ ਉਹ ਅੰਦੋਲਨਕਾਰੀ ਕਿਸਾਨਾਂ ਦੇ ਉੱਤੇ ਹੁਣ ਉੱਠਦੇ ਨੇ। ਬਣੇਗਾ ਕੀ ਐਮਐਸਪੀ ਦਾ, ਸੰਯੁਕਤ ਕਿਸਾਨ ਮੋਰਚੇ ਦਾ ਕੀ ਬਣੇਗਾ, ਇਹ ਵੀ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ, ਪਹਿਲੀ ਨਜ਼ਰੇ ਕੀ ਲੱਗਦਾ ਕਿ ਚੁਣੌਤੀਆਂ ਕਿਹੜੀਆਂ ਨੇ? ਹੁਣ ਕਿਸਾਨਾਂ ਨੇ ਪਾਰਟੀ ਤਾਂ ਬਣਾ ਲਈ। ਦੇਖੋ ਸੁਰਿੰਦਰ ਜੀ, ਗੱਲ ਇਹ ਹੈ ਵੀ ਚੁਣੌਤੀਆਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਇਹ ਤਾਂ ਪੂਰਾ ਮੂੰਹ ਅੱਡੇ ਖੜੀਆਂ ਨੇ। ਦੇਖਣ ਨੂੰ ਪਹਿਲੇ ਲੋਕਾਂ ਨੂੰ ਲੱਗੂਗਾ ਵੀ ਹਾਂ ਜੀ ਪਾਰਟੀ ਬਣਾ ਲਈ, ਆਪਾਂ ਚੱਕ ਦਾਂਗੇ ਫੱਟੇ, ਆਪਾਂ ਉਹ ਕਰ ਦਾਂਗੇ, ਹੁਣ ਤਾਂ ਇਹ ਹੋ ਜੂ, ਫਲਾਣਾ ਹੋ ਜੂ ਕੁਛ। ਕਿਸੇ ਨੂੰ ਜਦ ਜਿਹੜੀ ਪਿੱਛੇ ਗੱਲ ਹੁੰਦੀ ਹੈ ਨਾ, ਉਹਨੂੰ ਦੇਖੇ ਤੋਂ ਬਿਨਾਂ ਜੇ ਤੁਸੀਂ ਕੁਛ ਫੈਸਲੇ ਕਰੋਗੇ ਤਾਂ ਲੋਕਾਂ ਨੂੰ ਮਤਲਬ ਫੈਸਲੇ ਉਹ ਠੀਕ ਨਹੀਂ ਰਹਿਣੇ। ਹੁਣ ਅੱਜ ਪਹਿਲੀ ਗੱਲ ਜਿਹੜੀ ਪਾਰਟੀ ਤੁਸੀਂ ਕਹਿੰਦੇ ਚੁਣੌਤੀਆਂ ਕੀ ਨੇ, ਇਹ ਵੱਡੀ ਚੁਣੌਤੀ ਤਾਂ ਇਹੀ ਹੈ ਵੀ ਇਹ ਪਾਰਟੀ ਦੇ ਨਾਲ ਮੋਰਚਾ ਅੱਧਾ ਟੁੱਟ ਗਿਆ। ਭਾਵੇਂ ਉਹ ਕਹਿੰਦੇ ਨੇ ਵੀ ਸੰਯੁਕਤ ਮੋਰਚਾ ਵੱਖਰਾ ਹੈ ਜੀ, ਉਹਦਾ ਕੋਈ ਤਾਲੁਕ ਨਹੀਂ ਜੀ, ਅਸੀਂ ਵੱਖਰਾ ਬਣਾਇਆ ਜੀ, ਸਾਡਾ ਤਾਂ ਮੰਚ ਹੈ ਜੀ, ਸਾਡੀ ਤਾਂ ਪਾਰਟੀ ਹੈ ਜੀ। ਇਹ ਲੋਕਾਂ ਨੂੰ ਕੀ ਜਵਾਬ ਦੇਣਗੇ? ਪਹਿਲਾਂ ਇਹਨਾਂ ਨੇ ਆਖਿਆ ਵੀ ਸਿਆਸੀ ਪਾਰਟੀਆਂ ਨੂੰ ਅਸੀਂ ਆਪਣੇ ਸਟਰਗਲ 'ਚ ਨਹੀਂ ਆਉਣ ਦੇਣਾ, ਨਹੀਂ ਆਉਣ ਦਿੱਤਾ। ਵਧੀਆ ਗੱਲ ਕਰੀ, ਜੇ ਉਹ ਆਉਂਦੀਆਂ ਤਾਂ ਇਹ ਮੋਰਚਾ ਜਿੱਤਿਆ ਵੀ ਨਹੀਂ ਜਾਣਾ ਸੀ। ਪਰ ਹੁਣ ਜਿਹੜੇ ਸਿੱਧੇ ਸਿਆਸਤ 'ਚ ਕੁੱਦ ਪਏ, ਉਹ ਆਪਦੀਆਂ ਜਥੇਬੰਦੀਆਂ ਦੀਆਂ ਅਹੁਦੇਦਾਰੀਆਂ ਛੱਡ ਕੇ ਦੂਜਿਆਂ ਨੂੰ ਕਹਿਣਗੇ ਭਾਈ ਹੁਣ ਤੁਸੀਂ ਜਾਓ ਮੋਰਚੇ 'ਚ, ਕਿਉਂਕਿ ਅਸੀਂ ਤਾਂ ਸਿਆਸਤਦਾਨ ਬਣ ਗਏ, ਸਾਨੂੰ ਤਾਂ ਉੱਥੇ ਜਾਣ ਹੀ ਨਹੀਂ ਦੇਣਾ ਕਿਸੇ ਨੇ ਸਟੇਜ 'ਤੇ। ਇਹ ਸਵਾਲ ਵੱਡਾ ਹੈ। ਜੇ ਕਹਿੰਦੇ ਨਹੀਂ ਅਸੀਂ ਤਾਂ ਜਾ ਸਕਦੇ ਹਾਂ, ਫਿਰ ਤਾਂ ਝਗੜਾ ਉਹੀ ਹੋ ਗਿਆ ਨਾ ਵੀ ਜੇ ਅਸੀਂ ਸਿਆਸਤ ਕਰਦੇ ਹਾਂ ਅਸੀਂ ਜੋ ਮਰਜ਼ੀ ਕਰੀਏ। ਇੰਨਾ ਹੀ ਇਹਨਾਂ ਨੇ ਰੋਕਿਆ ਲੋਕਾਂ ਨੂੰ ਵੀ ਤੁਸੀਂ ਜਿੰਨਾ ਚਿਰ ਚੋਣ ਐਲਾਨ ਨਹੀਂ ਹੁੰਦੀ ਰੈਲੀਆਂ ਨਹੀਂ ਕਰਨੀਆਂ। ਅਜੇ ਤਾਂ ਐਲਾਨ ਹੋਈ ਨਹੀਂ, ਜੇ 10 ਦਿਨ ਚੋਣ ਨਹੀਂ ਐਲਾਨ ਹੁੰਦੀ ਇਹ ਚੁੱਪ ਰਹਿਣਗੇ? ਕਿਉਂਕਿ ਜੇ ਤੁਸੀਂ ਸਿਆਸਤ ਚੋਂ ਫਿਰ ਤੁਸੀਂ ਸਿਆਸੀ ਪਾਰਟੀਆਂ ਦੇ ਬਾਰੇ ਵੀ ਜੇ ਬਰਾਬਰ ਦਾ ਵਰਤਾਓ ਨਹੀਂ ਕਰਦੇ, ਆਹ ਤਾਂ ਸਾਡੀ ਜਮਹੂਰੀਅਤ ਹੈ ਨਾ, ਤੇ ਫਿਰ ਤੁਸੀਂ ਕਦ ਕਰੋਗੇ? ਫਿਰ ਤਾਂ ਤੁਸੀਂ ਇਹੀ ਹੈ ਵੀ ਜੋ ਮੈਂ ਕਹਿਣਾ ਉਹ ਠੀਕ ਹੈ, ਬਾਕੀ ਸਭ ਗਲਤ ਨੇ। ਸੋ ਇੱਕ ਤਾਂ ਇਹ ਵੱਡਾ ਸਵਾਲ ਹੈ। ਦੂਜਾ, ਬਣੇ ਕਿਉਂ ਨੇ? ਇਹਨਾਂ ਦੇ ਪਿੱਛੇ ਇਹਨਾਂ ਤੋਂ ਹਾਰ ਕਿਹਨੇ ਖਾਧੀ? ਬੀਜੇਪੀ ਨੇ। ਬੀਜੇਪੀ ਦੇ ਵੱਡੇ ਹੁਕਮਰਾਨ ਨੇ। ਉਹਨੇ ਇਹਨਾਂ ਨੂੰ ਸੋਚਿਆ ਵੀ ਚੰਗਾ ਜੇ ਜ਼ਹਿਰ ਦੇ ਕੇ ਨਹੀਂ ਮਰਦੇ ਤਾਂ ਗੁੜ ਦੇ ਕੇ ਮਾਰੋ। ਕੁਛ ਇਹ ਪਹਿਲਾਂ ਹੀ ਕਾਹਲੇ ਸੀਗੇ, ਕੁਛ ਨੂੰ ਪਹਿਲਾਂ ਹੀ ਲਾਲਚ ਸੀਗੇ। ਇਹਨਾਂ ਨੂੰ ਚੋਣਾਂ 'ਚੋਂ ਜਾ ਕੇ ਇੱਥੇ ਪੰਜਾਬ 'ਚ ਨਹੀਂ ਕੋਈ ਬਹੁਤਾ ਬੀਜੇਪੀ ਦੇ ਸਟੇਕ ਨੇ ਯੂਪੀ 'ਚ। ਹੁਣ ਯੂਪੀ 'ਚ ਕਿਸਾਨ ਮੋਰਚੇ ਦਾ ਅਸਰ ਘਟ ਜੂ ਵੀ ਜਿਹੜੇ ਤਾਂ ਆਪ ਹੀ ਚੋਣਾਂ ਲੜਦੇ ਨੇ, ਅਸੀਂ ਕਿਉਂ ਉਹ ਕਰੀਏ? ਯੂਪੀ ਜਿੱਤਣਾ ਚਾਹੁੰਦੀ ਹੈ ਬੀਜੇਪੀ। ਇਹ ਬੀਜੇਪੀ ਦੇ ਬੰਦੇ ਆ, ਜਿਹੜਾ ਕੁਛ ਐਸਾ ਮੰਚ ਜਾਂ ਇੱਕ ਬਣਿਆ ਸੀ, ਉਹਦੇ 'ਚ ਬੀਜੇਪੀ ਦੇ ਬੰਦੇ ਸ਼ਰੇਆਮ ਵਿੱਚ ਸੀਗੇ। ਉਹਦੇ 'ਚ ਉਹ ਲੋਕ ਵਿੱਚ ਬੈਠੇ ਸੀਗੇ ਜਿਨ੍ਹਾਂ ਨੇ ਕਦੇ ਆਰਟੀਕਲ ਇਹ ਲਿਖਣੇ ਸ਼ੁਰੂ ਕਰਤੇ ਸੀ ਵੀ ਸਰਕਾਰ ਕੋਲ ਵਿਕਲਪ ਹੈ, ਅੱਧ ਵਿਚਾਲਾ ਮੰਨ ਲਏ, ਫਲਾਣਾ ਮੰਨ ਲਏ। ਜਿਹੜੇ ਅੱਧ ਵਿਚਾਲਾ ਮਨਾਉਣ ਤੇ ਲੱਗੇ ਹੋਏ ਸੀ, ਜਿਹੜੇ ਪੰਜਾਬ ਸਰਕਾਰ ਦੇ ਨੁਮਾਇੰਦੇ ਬਣ ਕੇ ਆਫੀਸ਼ੀਅਲੀ ਭਾਰਤ ਸਰਕਾਰ ਮੀਟਿੰਗਾਂ ਕਰਾਉਂਦੇ ਸੀ, ਇਹਦਾ ਮਤਲਬ ਮੀਟਿੰਗਾਂ 'ਚ ਵੀ ਇਹ ਅੱਧ ਵਿਚਾਲਾ ਬੋਲਦੇ ਸੀ। ਜਦ ਲੇਖ ਲਿਖਦਾ ਬੰਦਾ, ਇਹਦਾ ਮਤਲਬ ਉਦੋਂ ਤਾਂ ਬਿਲਕੁਲ ਹੀ ਪਬਲਿਕ 'ਚ ਜਾਣਾ, ਅਜੇ ਅੰਦਰ ਤਾਂ ਸ਼ਾਇਦ ਉਦੋਂ ਵੀ ਵੱਡੀ ਗੱਲ ਕਰੀ ਹੋਵੇ ਸਰਕਾਰ ਦੇ ਹੱਕ ਦੀ। ਜੇ ਲੇਖ 'ਚ ਵੀ ਕਰਦਾ ਹੋਵੇ, ਉਹ ਬੰਦਿਆਂ ਨੇ ਫਿਰ ਉਹੀ ਜਿਹੀਆਂ ਰਾਇਆਂ ਦੇਣੀਆਂ ਨੇ ਜਿਹੜੇ ਬੰਦੇ ਮਤਲਬ ਹਰ ਤਰ੍ਹਾਂ ਦਾ ਆਪਣੀ ਉਹ ਪਾਵਰ ਵੀ ਇੰਜੋਏ ਕਰੋ ਤੇ ਤੁਸੀਂ ਲੋਕਾਂ ਨੂੰ ਹੋਈ ਦਿਓ। ਇਸ ਤੋਂ ਅਗਲੀ ਗੱਲ ਜਿਹੜੀ ਵੱਡੀ ਇਹ ਹੈ ਵੀ ਜਿਹੜਾ ਇਹਨਾਂ ਨੇ ਮੋਰਚਾ ਜਿੱਤਿਆ, ਉਦੋਂ ਇਹ ਕਿਹੜੀ ਸਿਆਸੀ ਤਾਕਤ ਸੀ? ਇੱਥੇ 115 MLA ਨੇ ਪਾਸ ਕਰਤੇ 2 ਵਾਰੀ, ਫਿਰ ਉਹ ਮੰਨ ਗਏ। ਸੋ ਹੁਣ ਵੀ ਤਾਂ ਅਸੈਂਬਲੀ 'ਚ ਜਾਣਗੇ ਨਾ, ਪਾਰਟੀ ਐਲਾਨ ਕਰਕੇ ਅਸੈਂਬਲੀ ਜਾਣਗੇ, ਤੇ ਅਸੈਂਬਲੀ ਜਾ ਕੇ ਕੀ ਇਹ ਪਹਾੜ ਤੋੜ ਦੇਣਗੇ ਜਿਹੜੀ ਉੱਥੇ। ਅੱਛਾ, ਜਦ ਤੁਸੀਂ ਵਿਰੋਧ ਕਰਦੇ ਹੋ ਐਜ ਇੱਕ ਸਟਰਗਲ ਕਰਨ ਵਾਲੀ ਆਰਗੇਨਾਈਜੇਸ਼ਨ ਦੇ, ਤੁਹਾਡੇ ਇੱਕ ਏਕੇ ਦੇ ਨਾਲ, ਉਦੋਂ ਤੁਸੀਂ ਵੱਖ-ਵੱਖ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਐਡਰੈਸ ਕਰਨਾ ਜ਼ਰੂਰੀ ਨਹੀਂ ਹੁੰਦਾ। ਪਰ ਜਦ ਤੁਸੀਂ ਸਰਕਾਰ 'ਚੋਂ, ਉਦੋਂ ਤੁਹਾਨੂੰ ਹਰ ਇੰਟਰਸਟ ਦਾ ਧਿਆਨ ਰੱਖਣਾ ਪਏਗਾ। ਤੁਸੀਂ ਇਕੱਲੇ ਇੱਕ ਦੀ ਗੱਲ ਨਹੀਂ ਕਰ ਸਕਦੇ। ਫਿਰ ਤੁਸੀਂ ਜਦ ਸਟਰਗਲ 'ਚੋਂ, ਉਦੋਂ ਕੁਛ ਐਸੀਆਂ ਗੱਲਾਂ ਨੇ ਜਿਹਦੇ 'ਚ ਤੁਸੀਂ ਕਾਨੂੰਨ ਦਾ ਬਹੁਤਾ ਜ਼ਿਆਦਾ ਤੁਹਾਡੇ 'ਚ, ਕਿਉਂਕਿ ਕੋਈ ਲਿਖਤੀ ਕੰਮ ਨਹੀਂ ਹੁੰਦਾ ਬਹੁਤਾ। ਪਰ ਜਦ ਤੁਸੀਂ ਸਰਕਾਰ 'ਚੋਂ ਹਰ ਫਾਈਲ 'ਤੇ ਲਿਖਣਾ ਹੁੰਦਾ ਹੈ, ਜ਼ਿੰਮੇਵਾਰੀ ਲੈਣੀ ਹੁੰਦੀ ਹੈ, ਜਦ ਤੁਸੀਂ ਥੱਲੇ ਵਾਲੇ ਪਾਓਗੇ। ਆਹ ਹੁਣ ਆਪਾਂ ਰੋਜ਼ ਨਹੀਂ ਦੇਖਿਆ, 4 ਮਹੀਨਿਆਂ 'ਚ ਸਰਕਾਰ ਨੇ ਦੌੜ ਤਾਂ ਉਹਦੇ ਵੱਲੋਂ ਬੜੀ ਲਗਾਈ ਸੀ,
ਕੋਈ ਸੁਹਿਰਦਤਾ ਤੇ ਵੀ ਮੈਨੂੰ ਤਾਂ ਸ਼ੱਕ ਨਹੀਂ ਸੀ ਇਹਨਾਂ ਦੀ ਤੇ, ਪਰ ਕਿਹੜਾ ਕੰਮ ਹੋਇਆ ਦੱਸ ਦਿਓ ਤੁਸੀਂ, ਜਿਹੜਾ ਵੀ ਕੋਈ ਠੀਕ ਹੋਇਆ ਉਹ ਦੱਸ ਦਿਓ। ਬਿਲਕੁਲ। ਸੋ ਜਦ ਤੁਸੀਂ ਫਿਰ ਇਹਨਾਂ ਨੇ ਨਾਮ ਕੀ ਰੱਖ ਲਿਆ, ਸੰਯੁਕਤ ਸਮਾਜ ਪਾਰਟੀ, ਇਹੋ ਜਿਹਾ ਕੁਛ ਨਾਮ ਰੱਖਿਆ। ਜਦ ਤੁਸੀਂ ਮੋਰਚਾ, ਸੰਯੁਕਤ ਸਮਾਜ ਮੋਰਚਾ ਜੀ, ਇਹੋ ਜਿਹੇ ਨਾਮ ਜਿਹੜੀਆਂ ਕੰਪਨੀਆਂ ਮਾਲ ਵੇਚਦੀਆਂ ਨੇ ਉਹ ਵੀ ਨਾਮ ਘਚੋਨੀ ਵਾਲਾ ਰੱਖਦੀਆਂ ਨੇ, ਹੋਰ ਰੱਖ ਲੈਂਦੇ, ਕੋਈ ਕਿਸਾਨ ਪਾਰਟੀ ਬਣਾ ਲੈਂਦੇ ਆਪਦੀ। ਇਹ ਨਾਂ ਰੱਖਣ ਦਾ ਮਤਲਬ ਹੈ ਕਿ ਲੋਕਾਂ ਨੂੰ ਆ ਸੁਖਬੀਰ ਬਾਦਲ ਉਹਨਾਂ ਨੇ ਨਹੀਂ ਕਰੇ ਸੀ ਪੈਰਲਲ, ਉਹੀ ਜਿਹੇ ਨਾਮ ਵਾਲੇ ਬੰਦੇ ਖੜੇ ਕਰ ਦੋ, ਉਹ ਇੱਕੋ ਐਲਫਾਬੈਟਿਕਲੀ 2 ਸੁਖਵਿੰਦਰ ਖੜੇ ਕਰ ਦੋ, ਜਿਤਨਾ ਹੈ ਸੁਖਵਿੰਦਰ ਨੇ ਪਏ ਉਸ ਨੂੰ ਜਾਣਗੀਆਂ ਵੋਟਾਂ, ਕਿਉਂਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਇਹ ਤੌਰ ਤਰੀਕੇ ਕੰਪਨੀਆਂ ਵੀ ਵਰਤਦੀਆਂ ਨੇ, ਇਹਨਾਂ ਨੇ ਵੀ ਉਹੀ ਤੌਰ ਤਰੀਕਾ ਵਰਤਿਆ, ਚੜੂਨੀ ਸਾਹਿਬ ਨੇ ਵੀ ਉਹੀ ਵਰਤਿਆ ਸੀ, ਫਿਰ ਫਰਕ ਕੀ ਹੈ? ਸੋ ਸਾਨੂੰ ਬਹੁਤ ਗੱਲਾਂ ਤੇ ਸਪਸ਼ਟ ਹੋਣਾ ਚਾਹੀਦਾ। ਇਸ ਤੋਂ ਅੱਗੇ ਇਹ ਹੈ ਵੀ ਮੈਂ ਕਹਿਣਾ ਵੀ ਇਹ ਮੰਨ ਲਓ ਵੀ ਇਹ ਜਿੱਤ ਵੀ ਜਾਂਦੇ ਨੇ, ਜਿੱਤਣਾ ਚਾਹੀਦਾ ਵੀ ਹੈ, ਇਹ ਬਣਾ ਵੀ ਲੈਂਦੇ ਨੇ ਸਰਕਾਰ, ਫਿਰ ਪੰਜਾਬ ਦੇ ਮੁੱਦਿਆਂ ਦਾ ਇਹਨਾਂ ਦਾ ਜਿਹੜੇ ਇਹਨਾਂ ਨੂੰ ਦੇ ਰਹੇ ਨੇ ਰਹਿਆਂ, ਉਹਨਾਂ ਦਾ ਇੱਕ ਮੈਨੂੰ ਲੱਗਦਾ ਵੀ ਉਹੀ ਇਹਨਾਂ ਦਾ ਮੈਨੀਫੈਸਟੋ ਹੋਏਗਾ, ਵੀ ਪੰਜਾਬ ਦਾ ਮੈਨੀਫੈਸਟੋ ਕੀ ਹੋਵੇ, ਉਹਦੇ 'ਚ ਕੁਛ ਲਿਖਿਆ ਹੋਇਆ ਉਹਨਾਂ ਨੇ, ਉਹ ਦੇ ਦੇਣਗੇ। ਉਹ ਮੈਨੀਫੈਸਟੋ ਤਾਂ ਪੰਜਾਬ ਦੇ ਇੱਕ ਵੀ ਮਸਲੇ ਨੂੰ ਹੱਲ ਨਹੀਂ ਕਰਦਾ, ਪੜ੍ਹ ਲੈਣ। ਉਹ ਤਾਂ ਉਹ ਆਈਡੀਆ ਦੇ ਲੈਵਲ ਤੇ ਹੈ ਵੀ ਆਹ ਹੋਣਾ ਚਾਹੀਦਾ, ਕਰਨਾ ਕਿਵੇਂ ਹੈ, ਹੋਣਾ ਚਾਹੀਦਾ ਹੈ ਤੇ ਕਰਨਾ ਹੈ, ਦੋਹਾਂ 'ਚ ਬੜਾ ਫਰਕ ਹੈ। ਬਿਲਕੁਲ ਇੱਕ ਆਪਰੇਸ਼ਨ ਕਰਨਾ ਹੈ, ਤੁਸੀਂ ਕਹਿ ਸਕਦੇ ਹੋ ਜੀ ਆਪਰੇਸ਼ਨ ਹੋਣਾ ਚਾਹੀਦਾ, ਪਰ ਤੁਸੀਂ ਆਪਰੇਸ਼ਨ ਕਰ ਨਹੀਂ ਸਕਦੇ, ਜਾਂ ਤਾਂ ਤੁਹਾਨੂੰ ਸਿੱਖਣਾ ਪਊਗਾ ਜਾਂ ਕਿਸੇ ਕਰਨ ਵਾਲੇ ਨੂੰ ਕਹਿਣਾ ਪਊਗਾ। ਜੇ ਉਹ ਕਰਨ ਵਾਲਾ ਤੁਹਾਡੇ ਵੱਸ ਨਹੀਂ ਜਾਂ ਉਹ ਹੇਰਾਫੇਰੀ ਕਰਦਾ, ਫਿਰ ਤੁਸੀਂ ਕਿਵੇਂ ਕਰ ਲਓਗੇ? ਆਪਾਂ ਸਮਝੀਏ ਗੱਲ ਨੂੰ। ਸਰਕਾਰ ਚਲਾਉਣਾ ਇੰਨਾ ਕੰਮ ਨਹੀਂ ਹੈ, ਬਿਊਰੋਕ੍ਰੇਸੀ ਹੈ। ਅਜੇ ਤੱਕ ਤਾਂ ਸ਼ਾਇਦ ਪਤਾ ਨਹੀਂ ਇਹਨਾਂ ਨੂੰ ਕਿੰਨਿਆਂ ਨੂੰ ਪਤਾ, ਕਿੰਨਿਆਂ ਨੂੰ ਨਹੀਂ। ਸੈਕਟਰੀ ਮੰਤਰੀ ਨੂੰ ਨਾ ਕਰ ਸਕਦਾ ਵੀ ਮੈਂ ਨਹੀਂ ਇਹ ਆਰਡਰ ਕਰਦਾ, ਇਹ ਆਰਡਰ ਗਲਤ ਨੇ, ਪਤਾ ਤੁਹਾਨੂੰ ਇਸ ਗੱਲ ਦਾ? ਕਿੰਨਿਆਂ ਨੂੰ ਪਤਾ, ਇਹਨਾਂ ਨੂੰ ਪੁੱਛ ਲਓ। ਫਿਰ ਕਾਂਗਰਸ ਦੇ 46 MLA ਸੀ ਆਪੋਜੀਸ਼ਨ 'ਚ, ਉਹਨਾਂ ਨੇ ਕੁਛ ਕਰਿਆ? ਆਪ ਵਾਲਿਆਂ ਦਾ LOP ਸੀਗਾ, 3 ਵਾਰੀ ਬਦਲਿਆ, ਕੋਈ ਉਹਨਾਂ ਤੇ ਦਾਗ ਨਹੀਂ ਹੈਗਾ, ਕਿਸੇ ਤੇ ਪੈਸੇ ਖਾਣ ਦਾ ਜਾਂ ਝੂਠੇ ਕੇਸ ਬਣਾਉਣ ਦਾ ਦੋਸ਼ ਨਹੀਂ ਹੈ, ਪਰ ਕਾਰਗੁਜ਼ਾਰੀ ਤਾਂ ਆਪਣੇ ਸਾਹਮਣੇ ਹੀ ਹੈ। ਬਿਲਕੁਲ। ਸੋ ਇਹ ਜਿਹੜੀਆਂ ਗੱਲਾਂ ਨੇ ਕਹਿਣੀਆਂ ਸੌਖੀਆਂ, ਆਪ ਵਾਲੇ ਕੋਈ ਬੇਈਮਾਨੀ ਨਾਲ ਤਾਂ ਨਹੀਂ ਆਏ ਸੀ, ਇੱਦਾਂ ਹੀ ਕਿਸਾਨ ਨੇਤਾ ਸਿਰਦੇ ਨੇ। ਪਰ ਸਵਾਲ ਇਹ ਹੈ ਵੀ ਜਿਹੜੀ ਤੁਹਾਡੀ ਰਜਿਸਟੈਂਸ ਦੀ ਪੋਲਿਟਿਕਸ ਸੀ, ਜਿਹ 'ਚੋਂ ਇੱਕ ਨਵੀਂ ਪੋਲਿਟਿਕਸ ਅਮਰਜ ਕਰਨੀ ਸੀ। 60 ਸਾਲ ਆਜ਼ਾਦੀ ਦੀ ਲੜਾਈ ਲੜੀ ਗਈ, ਉਹ 60 ਸਾਲ 'ਚੋਂ ਜਿਹੜੀ ਪਾਰਟੀਆਂ ਉੱਭਰੀਆਂ, ਉਹ 30-35 ਸਾਲ ਤੋਂ ਬਾਅਦ ਟੁੱਟਣੀਆਂ ਸ਼ੁਰੂ ਹੋ ਗਈਆਂ, ਖਰਾਬ ਹੋਣੀਆਂ ਸ਼ੁਰੂ ਹੋ ਗਈਆਂ, ਦੇਸ਼ ਨੂੰ ਭੱਠਾ ਪਟਾਉਣਾ ਸ਼ੁਰੂ ਕਰਤਾ ਉਹਨਾਂ ਨੇ। 80 ਤੋਂ ਵੱਧ ਤਾਂ ਆਪਾਂ ਨੂੰ ਹਾਲ ਦੇਖਿਆ ਹੀ ਆ ਆਪਾਂ ਨੇ, 47 ਤੋਂ 80 ਲਾ ਲਓ, ਕਿੰਨੇ 37 ਸਾਲ ਹੀ ਹੋਏ, 33 ਸਾਲ ਹੀ ਹੋਏ, 3 ਸਾਲ ਤਾਂ ਉਹ ਰੂਲ ਹੀ ਹੋਰ ਤਰ੍ਹਾਂ ਦਾ ਸੀ। ਸੋ ਬੇਸਿਕਲੀ 30 ਸਾਲ ਬਾਅਦ ਤਾਂ ਉਹ ਪਾਰਟੀਆਂ ਜਿਨ੍ਹਾਂ ਨੇ ਐਡੀ ਵੱਡੀ, ਜਿਹਨੇ ਅੰਗਰੇਜ਼ ਨੂੰ ਕੱਢਿਆ ਸੀ, ਜਿਹਦੇ 'ਚ ਐਡੇ ਵਕੀਲ, ਹੋਰ ਇੰਨੇ ਪੜ੍ਹੇ ਲਿਖੇ, ਇੰਨਾ ਸਾਰਾ ਕੁਝ, ਜਿਹਨੇ ਹਰ ਗੱਲ ਦਾ ਜਵਾਬ ਦਿੱਤਾ ਸੀ, ਸਾਈਮਨ ਕਮਿਸ਼ਨ ਕੀ ਹੈ, ਕਿਉਂ ਹੈ, ਅਸੀਂ ਕਿਉਂ ਬੰਗਾਲ ਦੀ ਬਣਨੀ, ਅਸੀਂ ਫਲਾਣਾ ਕਿਉਂ ਨਹੀਂ ਚਾਹੁੰਦੇ, ਅਸੀਂ ਆਹ ਕਿਉਂ ਨਹੀਂ ਚਾਹੁੰਦੇ, ਉਹ 30 ਸਾਲ ਤੋਂ ਬਾਅਦ ਨਹੀਂ ਚੱਲ ਸਕੇ ਸੀ। ਸੋ ਇਹ ਜਦ ਅਸੀਂ ਇੱਕ ਜਿਹੜੀ ਡੈਮੋਕ੍ਰੇਸੀ ਹੈ, ਉਹਦੇ ਵਿੱਚ ਇੱਕ ਤੌਰ ਤਰੀਕਾ ਕੰਮ ਦਾ, ਮਾਫੀਆ ਰਾਜ ਨੂੰ ਕਿਵੇਂ ਕਹਿਣਾ ਸੌਖਾ ਵੀ ਮਾਫੀਆ ਖਤਮ ਕਰੋ ਜੀ, ਇਹ ਤਾਂ ਕੋਈ ਔਖਾ ਕੰਮ ਨਹੀਂ ਹੈ, ਕਹਿ ਦਿਓ, ਪਰ ਖਤਮ ਕਿਵੇਂ ਕਰੋਗੇ? ਸਿੱਖਿਆ ਕਿਵੇਂ ਦਿਓਗੇ? ਤੁਸੀਂ ਇੱਕ ਪਾਸੇ ਸ਼ਿਕਾਰੀ ਦੇ ਹੱਕ 'ਚ ਗੱਲ ਕਰੋ ਤੇ ਦੂਜੇ ਪਾਸੇ ਸ਼ਿਕਾਰ ਨੂੰ ਕਹੋ ਤੈਨੂੰ ਬਚਾ ਰਿਹਾ। ਤੁਸੀਂ ਲਾ ਲਓ ਹਸਪਤਾਲ 'ਚ ਕੰਮ ਨਹੀਂ ਹੋ ਰਿਹਾ, ਇਹ ਮਰੀਜ਼ ਦੇ ਹੱਕ 'ਚ ਗੱਲ ਕਰਨਗੇ ਕਿ ਅਮਲੇ ਦੇ ਹੱਕ 'ਚ ਗੱਲ ਕਰਨਗੇ? ਅੱਜ ਤੱਕ ਅਮਲੇ ਦੇ ਹੱਕ 'ਚ ਹੀ ਗੱਲ ਕਰੀਏ, ਮਰੀਜ਼ ਦੇ ਹੱਕ 'ਚ ਤਾਂ ਗੱਲ ਕਰੀ ਨਹੀਂ। ਸਕੂਲ 'ਚ ਪੜ੍ਹਾਈ ਨਹੀਂ ਹੋ ਰਹੀ, ਪੜ੍ਹਾਈ ਗਰੀਬ ਦੀ ਨਹੀਂ ਹੋ ਰਹੀ, ਉਹ ਗਰੀਬ ਦੇ ਹੱਕ 'ਚ ਗੱਲ ਕਰਨਗੇ ਬੱਚੇ ਦੇ, ਜਾਂ ਉਹ ਅਮਲੇ ਦੇ ਹੱਕ 'ਚ ਗੱਲ ਕਰਨਗੇ? ਫਿਰ ਕਿਉਂਕਿ ਉਹਨਾਂ ਦੇ ਵਿੱਚ ਗਾਹਾਂ ਇਹਨਾਂ ਦੇ ਪ੍ਰੈਸ਼ਰਸ ਕੀ ਆਉਣੇ ਨੇ, ਜਿਹੜੇ ਜਿੰਨੀਆਂ ਵੀ ਸਾਰੀਆਂ ਕਮਿਊਨਿਟੀਜ਼ ਨੇ, ਜਾਤਾਂ ਨੇ, ਧਰਮ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਕੁਝ ਬੰਦੇ ਉੱਤੇ ਨੇ, ਕੁਝ ਥੱਲੇ ਨੇ। ਉਹ ਆਪਣੀ ਜਾਤ ਧਰਮ ਨੂੰ ਆਪ ਯੂਨੀਵਰਸਿਟੀਆਂ 'ਚ ਪ੍ਰੋਫੈਸਰ ਲੱਗ ਜਾਂਦੇ ਨੇ, ਵੱਡੇ ਵੱਡੇ ਅਫਸਰ ਬਣ ਜਾਂਦੇ ਨੇ, ਉਹ ਉਸ ਨੂੰ ਐਕਸਪਲੋਇਟ ਕਰਦੇ ਨੇ, ਕਿਉਂਕਿ ਆਪਦੀ ਕੌਨਸਟੀਟਿਊਐਂਸੀ ਨੂੰ ਮੇਨਟੇਨ ਕਰਦੇ ਨੇ। ਅੱਜ ਹੀ ਕਿਤੇ ਚਰਚਾ ਹੋ ਰਹੀ ਸੀ, ਕਿਸੇ ਨੇ ਆਖਿਆ ਵੀ ਦੇਖੋ ਜੀ ਧੂਰੀ ਲਾਗੇ ਪਿੰਡ ਹੈ ਜੀ, ਉੱਥੇ ਇੰਨੇ ਸਾਲਾਂ ਤੋਂ ਕਿਸੇ ਨੂੰ ਉਹਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਹੈ, ਉਹ ਵਿਚਾਰਾ ਗਰੀਬ ਸੀ ਹੈ, ਜਿੰਨਾ ਚਿਰ ਇਹ ਨਹੀਂ ਕਰਾਂਗੇ। ਮੈਂ ਕਿਹਾ ਉੱਥੇ 2 DC ਰਹੇ ਨੇ ਸੰਗਰੂਰ, ਸ਼ੈਡਿਊਲਡ ਕਾਸਟ, ਇਹ ਤਾਂ ਉਹਨਾਂ ਦਾ ਕਾਨੂੰਨੀ ਹੱਕ ਸੀ ਬੰਦਿਆਂ ਦਾ ਵੀ ਸਾਨੂੰ ਰਸਤਾ ਮਿਲੇ।
ਉਹਨਾਂ ਨੇ ਕਿਉਂ ਨਹੀਂ ਦਵਾਇਆ ਫਿਰ? ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਨਹੀਂ ਜਾਤ ਦਾ ਮਸਲਾ ਵੱਡਾ ਹੈ। ਜੇ ਜਾਤ ਦਾ ਮਸਲਾ ਵੱਡਾ ਹੈ ਤਾਂ 2 DC ਸੰਗਰੂਰ ਚ ਰਹੇ ਨੇ ਇਸੇ ਪੀਰੀਅਡ ਚ, ਸ਼ਡਿਊਲਡ ਕਾਸਟ ਰਹੇ ਨੇ। ਉਹਨੂੰ ਮਿਲਿਆ ਕਿਉਂ ਨਹੀਂ ਫਿਰ ਜਗ੍ਹਾ? ਉਹਦਾ ਤਾਂ ਹੱਕ ਸੀ ਨਾ। ਕਿਉਂਕਿ ਤੁਸੀਂ ਉਹਦਾ ਨਾਮ ਲੈ ਕੇ ਮੈਂ ਜਿਹੜੀ ਗੱਲ ਤੇ ਆ ਰਿਹਾ, ਇਹੀ ਸੰਯੁਕਤ ਕਿਸਾਨ ਮੋਰਚੇ ਨੇ ਕਰਨਾ। ਹੁਣ ਸੰਯੁਕਤ ਕਿਸਾਨ ਮੋਰਚਾ ਕੀ ਕਰੇਗਾ? ਇਹਦੇ ਸਾਹਮਣੇ ਸਮੱਸਿਆਵਾਂ ਬਹੁਤ ਨੇ। ਚੋਣਾਂ ਜਿੱਤ ਕੇ ਵੀ ਬਹੁਤ ਹੋਣਗੀਆਂ। ਬਿਊਰੋਕ੍ਰੇਸੀ ਨੂੰ ਕਿਵੇਂ ਡੀਲ ਕਰਨਾ ਹੈ, ਕੋਰਟਾਂ ਨੂੰ ਕਿਵੇਂ ਡੀਲ ਕਰਨਾ ਹੈ। ਆਹ ਆਪਾਂ ਦੇਖਿਆ ਟਰਾਂਸਪੋਰਟ ਵਾਲਾ ਮਾਮਲਾ ਸੀ ਜਿਹੜਾ, ਉਹਦੇ 'ਚ ਕੋਰਟ ਦਾ ਜੋ ਆਪਣਾ ਦਖਲਅੰਦਾਜ਼ੀ ਆਪਾਂ ਦੇਖ ਹੀ ਲਈ ਹੈ। ਜਿਹੜੇ ਇਹਨਾਂ ਨੇ ਉਹ ਲਏ ਸੀ ਪੇਪਰ, ਵਾਰਡ ਅਟੈਂਡੈਂਟ ਵਗੈਰਾ ਭਰਤੀ ਕਰਨ ਦੇ, ਉਹ 'ਚ ਵੀ ਰੌਲਾ ਪਿਆ ਸੀ, ਪਰ ਇਹਨਾਂ ਨੇ ਦਬਾਤਾ। ਜਿਹੜਾ ਪੁਲਿਸ ਵਾਲਿਆਂ ਦਾ ਪੇਪਰ ਲਿਆ ਸੀ ਉਹਦਾ ਰੌਲਾ ਪੈ ਹੀ ਗਿਆ। ਜਿਹੜੇ ਇਹਨਾਂ ਨੇ ਆਹ ਮਾਸਟਰਾਂ ਦੀ ਸਹਾਇਕ ਪ੍ਰੋਫੈਸਰ ਦੀ ਭਰਤੀ, ਉਹ ਕੋਰਟ 'ਚ ਕੇਸ ਚੱਲੀ ਜਾ ਰਹੇ ਨੇ। ਔਰ ਇਹ ਇਮਾਨਦਾਰ ਵਜ਼ੀਰ ਨੂੰ ਇਹ ਬਿਆਨ ਦੇਣਾ ਪੈ ਰਿਹਾ ਹੈ ਕਿ ਨਹੀਂ ਕੋਈ ਹੇਰਾਫੇਰੀ ਨਹੀਂ ਹੋਈ। ਉਹਦਾ ਵਾਈਸ ਚਾਂਸਲਰ ਕਹੀ ਜਾਂਦਾ ਜੇ ਥੱਲੇ ਵਾਲੇ ਨੇ ਹੇਰਾਫੇਰੀ ਕਰ ਲਈ ਮੈਂ ਕੀ ਕਰਾਂਗਾ। ਇਹ ਇਹਨਾਂ ਨੂੰ ਸਾਰਾ ਕੁਝ ਕਹਿਣਾ ਬੜਾ ਸੌਖਾ। ਸੰਯੁਕਤ ਕਿਸਾਨ ਮੋਰਚਾ ਨਹੀਂ ਮੈਂ ਕਹਾਂਗਾ, ਸੰਯੁਕਤ ਸਮਾਜ ਪਾਰਟੀ ਜਿਹੜੀ ਇਹ ਬਣ ਰਹੀ ਹੈ, ਮੋਰਚਾ ਬਣ ਰਿਹਾ ਹੈ, ਇਹਦੇ ਸਾਹਮਣੇ ਵੱਡੇ ਸਵਾਲ ਆਉਣਗੇ ਵਿਕਰਾਲ ਬਣ ਕੇ। ਇਹ ਛੋਟੇ ਨਹੀਂ ਹੈ। ਪੰਜਾਬ ਬੜੇ ਵੱਡੇ ਸੰਕਟ 'ਚ ਹੈ। ਉਸ ਸੰਕਟ 'ਚੋਂ ਨਿਕਲਣ ਵਾਸਤੇ ਕੋਈ ਕਹੂਗਾ ਫਿਰ ਸਿਆਸਤ ਦੀ ਲੋੜ ਹੀ ਨਹੀਂ, ਲੋੜ ਹੈ। ਉਹ ਸਿਆਸਤ ਦੀ, ਸੁਖਵਿੰਦਰ ਜੀ, ਇਸ ਗੱਲ ਦੀ ਲੋੜ ਸੀ ਕਿ ਸਿਆਸਤ ਅਮਰਜ ਹੁੰਦੀ, ਇੱਕ ਲਖਤ ਖੁੰਭਾਂ ਵਾਂਗੂ ਨਾ ਫੁੱਟਦੀ। ਆਹ ਗੱਲ ਹੈ ਸਾਰੀ। ਬਿਲਕੁਲ ਮੈਂ ਇਸ ਸਵਾਲ ਉੱਤੇ ਆਉਣਾ ਸੀ ਡਾਕਟਰ ਸਾਹਿਬ। ਜਦੋਂ ਆਪਾਂ ਦੇਖਦੇ ਹਾਂ ਕਿ ਹੁਣ ਚਲੋ ਕਿਸਾਨ ਸੱਤਾ ਦੇ ਵਿੱਚ ਗੱਲ, ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਰੌਲਾ, ਇੱਕ ਜਾਤੀਗਤ ਜਿਹੜੇ ਸਮੀਕਰਨ ਨੇ ਪਿੰਡਾਂ ਦੇ ਵਿੱਚ, ਆਪਾਂ ਦੇਖਿਆ ਕਿ ਇੱਕ ਵੱਡੇ ਕਿਸਾਨ, ਕੁਝ ਛੋਟੇ ਕਿਸਾਨ ਜਿਹੜੇ ਉਹਨਾਂ ਦੇ ਨਾਲ ਮਜ਼ਦੂਰ ਨੇ, ਭਾਵੇਂ ਉਹ SC ਭਾਈਚਾਰੇ ਦੇ ਹੋਣ, ਭਾਵੇਂ ਕਿਸੇ ਹੋਰ ਭਾਈਚਾਰੇ ਦੇ ਹੋਣ, ਉਹਨਾਂ ਦਾ ਵਖਰੇਵਾਂ ਜਿਹੜਾ ਆ ਉਹਨੂੰ ਬੈਲੈਂਸ ਬਣਾ ਕੇ ਚੱਲਣਾ। ਤੇ ਦੂਜੀ ਗੱਲ ਇਹ ਕਿ ਜਦੋਂ ਟਿਕਟਾਂ ਦੀ ਵੰਡ ਆਉਣੀ ਹੈ ਤਾਂ ਉਹਦੇ ਵਿੱਚ ਦਲਿਤ ਭਾਈਚਾਰੇ ਦੇ ਕਿੰਨੇ ਹੋਣਗੇ, ਔਰਤਾਂ ਨੂੰ ਅਗਵਾਈ ਕਿੰਨੀ ਹੋਏਗੀ, ਇਹ ਸਾਰਾ ਕੁਝ ਜਿਹੜਾ ਇੱਕ ਵੱਡਾ ਸਵਾਲ ਹੋਰ ਵੀ ਖੜਾ ਹੋ ਜਾਣਾ ਅੱਗੇ ਜਾ ਕੇ ਕਿ ਪਿੰਡਾਂ ਦੇ ਵਿੱਚ। ਜਿਵੇਂ ਮੈਂ ਇੱਕ ਵਾਰ ਫਿਰ ਇਸੇ ਸਵਾਲ ਤੇ ਆਵਾਂ ਕਿ ਜਿਹੜੇ ਦਲਿਤ ਭਾਈਚਾਰੇ ਦਾ ਮਸਲਾ ਆ, ਉਹਨਾਂ ਭਾਈਚਾਰਿਆਂ ਨੂੰ ਉਹ ਕਹਿੰਦੇ ਕਿ ਵੱਡੇ ਭਾਈਚਾਰੇ ਵਾਲੇ ਜਿਹੜੇ ਨੇ ਉਹ ਇਹਨਾਂ ਨੂੰ ਛੋਟੇ ਭਾਈਚਾਰੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਇਹ ਸਾਰੇ ਸਵਾਲ, ਚੁਣੌਤੀਆਂ ਇਹਨਾਂ ਅੱਗੇ ਖੜੀਆਂ ਹੋਣਗੀਆਂ। ਉਹ ਵੀ ਕਹਿਣਗੇ ਕਿ ਇਹ ਤਾਂ ਉਹੀ ਵੱਡੇ ਆ ਗਏ ਫੇਰ ਦੁਬਾਰਾ। ਨਹੀਂ ਇਹ ਸਾਰੀ ਨੇ ਉਹਨਾਂ ਦੇ ਵਿੱਚ ਵੀ ਚੁਣੌਤੀਆਂ ਨੇ। ਰਵਿਦਾਸੀ ਤੇ ਵਾਲਮੀਕੀਆਂ ਚੋਂ ਕਿੰਨੇ ਵਾਲਮੀਕੀ MLA ਬਣਦੇ ਨੇ, ਕਿੰਨੇ ਰਵਿਦਾਸੀ ਬਣਦੇ ਨੇ? ਗਿਣ ਲਓ ਪੰਜਾਬ ਦੇ। ਜਿਹੜੀਆਂ 25% ਰਿਜ਼ਰਵ ਸੀਟਾਂ ਨੇ ਉਹ ਤਾਂ ਖੜਨਾ ਹੀ ਰਿਜ਼ਰਵ ਨੇ ਹੈ ਨਾ। ਟਿਕਟ ਤਾਂ ਰਿਜ਼ਰਵ ਨੂੰ ਹੀ ਦੇਣਾ ਪਊਗਾ, ਉਹ ਤਾਂ ਦੂਜੇ ਨੂੰ ਦਿੱਤਾ ਹੀ ਨਹੀਂ ਜਾ ਸਕਦਾ। ਉਹਦੇ 'ਚ ਦੇਖ ਲਓ ਵੀ ਕਿੰਨੇ ਰਵਿਦਾਸੀ ਨੇ ਤੇ ਕਿੰਨੇ ਹੈਗੇ ਨੇ ਜਿਹੜੇ ਵਾਲਮੀਕੀ ਨੇ। ਫਿਰ ਕਿੰਨੇ ਨੇ ਜਿਹੜੇ ਉਹ ਗਰੀਬ ਵਾਲਮੀਕੀ ਜਾਂ ਰਵਿਦਾਸੀ ਹੋਵੇ, ਜੇ ਕੋਈ ਹੋਊਗਾ ਵੀ ਉਤਲਾ ਹੀ ਹੈ ਨਾ। ਫਿਰ ਉਹ 25% ਆਉਂਦੇ ਗਏ ਨੇ, ਫਿਰ ਉਹਨਾਂ ਦੀ ਹਾਲਤ ਸੁਧਰ ਗਈ। ਸੋ ਆਪਾਂ ਨੂੰ ਇੱਕ ਜਿਹੜੀ ਤੁਸੀਂ ਜਿਹੜਾ ਇਹ ਮੁੱਦੇ ਬਾਰੇ ਜਾਣਗੇ, ਇਹ ਵੀ ਕਹਿਣਗੇ ਹਾਂ ਅਸੀਂ ਇਹਨਾਂ ਨੂੰ ਐਡਰੈਸ ਕਰ ਰਹੇ ਹਾਂ। ਇਹ ਨਹੀਂ ਐਡਰੈਸ ਹੋਊਗਾ। ਤੁਸੀਂ ਕਹਿੰਦੇ ਟਿਕਟਾਂ ਨਹੀਂ ਦਿੱਤੀਆਂ ਜਾਂਦੀਆਂ, ਮੰਨ ਲਿਆ ਵੀ ਔਰਤਾਂ ਨੂੰ ਟਿਕਟਾਂ ਨਹੀਂ ਦਿੰਦੇ, ਦੇਣੀਆਂ ਚਾਹੀਦੀਆਂ ਨੇ, ਪਰ ਪੰਚਾਇਤਾਂ 'ਚ ਤਾਂ ਰਿਜ਼ਰਵੇਸ਼ਨ ਹੈ। ਹੁਣ 50% ਕਰਤੀ, 33% ਤਾਂ ਪਹਿਲੇ ਦਿਨ ਤੋਂ ਹੈ। ਕਿੰਨੀਆਂ ਔਰਤਾਂ ਨੇ ਸਰਪੰਚ ਬਣਦੀਆਂ ਵੀ ਨੇ, ਪੰਚ ਵੀ ਬਣਦੀਆਂ ਨੇ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੇਅਰਪਰਸਨ ਵੀ ਬਣਦੀਆਂ ਨੇ, ਵਾਈਸ ਚੇਅਰਪਰਸਨ ਵੀ ਬਣਦੀਆਂ ਨੇ, ਮੈਂਬਰ ਵੀ ਬਣਦੀਆਂ ਨੇ, ਬਲਾਕ ਸੰਮਤੀ ਦੀਆਂ ਵੀ ਚੇਅਰਪਰਸਨ ਬਣਦੀਆਂ ਨੇ, ਵਾਈਸ ਚੇਅਰਪਰਸਨ ਬਣਦੀਆਂ ਨੇ, ਮੈਂਬਰ ਵੀ ਬਣਦੀਆਂ ਨੇ। ਉਹਨਾਂ ਔਰਤਾਂ ਨੂੰ ਕਿੰਨਾ ਕਿ ਇਹਨਾਂ ਨੇ, ਜਿਹੜੀਆਂ ਨੇ ਔਰਤਾਂ ਆਪ ਉੱਥੇ ਜਾ ਕੇ ਕਰਦੀਆਂ ਨੇ, ਇਹ ਘਰ ਵਾਲੇ ਕਰਦੇ ਨੇ ਉਹਨਾਂ ਦੇ। ਜੇ ਨਹੀਂ ਕਰਦੇ ਤਾਂ ਦੱਸ ਦਿਓ। ਇਹਨਾਂ 'ਚ ਇੱਕ ਕਾਂਗਰਸੀਆਂ ਦੀ ਇੱਕ ਵਜ਼ੀਰ ਸੀਗੀ, ਉਹਦੇ ਘਰ ਵਾਲਾ ਆ ਕੇ ਬਹਿ ਗਿਆ ਸੀ ਪਹਿਲੇ ਦਿਨ ਵੀ ਮੈਂ ਇਹਨੂੰ ਸਿਖਾਊਂਗਾ। ਦਿੱਲੀ 'ਚ ਇੱਦਾਂ ਹੀ ਹੋਇਆ ਸੀ ਇੱਕ ਸੈਂਟਰ ਦਾ, ਉਹ ਉੱਥੇ ਜਾ ਕੇ ਬਿਹਾਰ ਦਾ ਸੀ, ਉਹ ਕਹਿੰਦਾ ਮੈਂ ਆਪਣੇ ਘਰ ਵਾਲੀ ਨੂੰ ਸਿਖਾਊਂਗਾ ਵੀ ਵਜ਼ੀਰੀ ਕਿਵੇਂ ਕਰੀਦੀ ਹੈ। ਤੁਸੀਂ ਜਿਹੜਾ ਮਰਦ ਪ੍ਰਧਾਨ ਸਮਾਜ ਹੈ, ਉਹ ਚਾਹੇ ਦਲਿਤ ਨੇ, ਸ਼ਡਿਊਲਡ ਕਾਸਟ ਨੇ, ਚਾਹੇ ਨੌਨ ਸ਼ਡਿਊਲਡ ਕਾਸਟ, ਸਾਰਿਆਂ 'ਚ ਹੀ ਹੈ। ਜਿਹੜੇ ਮਸਲੇ ਨੇ ਸਮਾਜ ਦੇ, ਉਹ ਐਂ ਨਹੀਂ ਹੱਲ ਹੋਣੇ, ਉਹ ਇੱਕ ਮੂਵਮੈਂਟ 'ਚੋਂ ਹੱਲ ਹੁੰਦੇ ਨੇ। ਸਿੱਖੀ ਸਭ ਤੋਂ ਵੱਡੀ ਮੂਵਮੈਂਟ ਰਹੀ ਹੈ ਸੁਖਵਿੰਦਰ ਜੀ। ਸਿੱਖੀ ਨਾਲ ਤਾਂ ਮਸਲੇ ਜੇ ਹੱਲ ਨਹੀਂ ਹੋਏ ਉਹਨੇ, ਹਾਲਾਂਕਿ ਕਾਫੀ ਉਹ ਘਟਿਆ, ਪਰ ਉਹਨਾਂ ਤਾਂ ਨਹੀਂ ਹੱਲ ਹੋਇਆ। ਤੇ ਇਹ ਸਿਆਸਤ ਨਾਲ ਕਿੱਥੋਂ ਕਰ ਦੇਣਗੇ? ਸਿਆਸਤ ਦੀਆਂ 100 ਮਜਬੂਰੀਆਂ ਨੇ, ਸਿੱਖੀ ਦੀ ਤਾਂ ਜਰਾ ਵੀ ਮਜਬੂਰੀ ਨਹੀਂ ਸੀ। ਪੰਜੇ ਪਿਆਰੇ ਕਿੱਥੋਂ ਆਏ ਸੀਗੇ? ਗੁਰੂ ਤੇਗ ਬਹਾਦਰ ਜੀ ਦਾ ਸੀਸ ਕੌਣ ਚੁੱਕ ਕੇ ਲਿਆਇਆ ਸੀ? ਬਿਲਕੁਲ। ਸੋ ਆਪਾਂ ਇਹ ਗੱਲਾਂ ਨੂੰ ਮੰਨ ਕੇ, ਜਦ ਤੱਕ ਅਸੀਂ ਜਿਹੜੀ ਹਕੀਕਤ ਉਹਨੂੰ ਮੰਨ ਕੇ ਨਹੀਂ ਚੱਲਾਂਗੇ, ਹੁਣ ਇਹਨਾਂ ਸਾਹਮਣੇ ਸਵਾਲ ਆਉਣਗੇ। ਇਹਨਾਂ ਨੂੰ ਇਹੋ ਜਿਹੇ ਸਵਾਲ, ਮੈਂ ਫਿਰ ਕਹਾਂਗਾ ਵੀ ਜੀ ਕਿੰਨੇ
ਕਿੰਨੇ ਪੇਂਡੂਆਂ ਨੂੰ ਤੁਸੀਂ ਦੇਤੇ ਟਿਕਟ, ਕਿੰਨੇ ਫਲਾਣੇ ਨੂੰ ਦੇਤੇ, ਕਿੰਨੇ ਫਲਾਣੇ ਨੂੰ ਦੇਤੇ। ਫਿਰ ਕੋਈ ਨਹੀਂ ਜੀ, ਇਹੀ ਤਰੀਕਾ ਅਪਵਰਡ ਮੋਬਿਲਿਟੀ ਦਾ, ਕਿਸੇ ਨੂੰ ਉੱਚੇ ਪਹੁੰਚਾਉਣ ਦਾ। ਮੈਂ ਕਹਿੰਦਾ ਜਿਹੜੇ ਪਹਿਲਾਂ ਉੱਚੇ ਪਤਾਤੇ, ਜਿਹੜੇ ਬਿਲਕੁਲ ਥੱਲੇ ਰਹਿ ਗਏ, ਗਿਣ ਲਓ ਤੁਸੀਂ। ਜਿੰਨਾ ਚਿਰ ਤੁਸੀਂ ਇਹ ਨਹੀਂ ਦੇਖਦੇ ਵੀ ਰਿਜ਼ਰਵੇਸ਼ਨ ਦਾ ਬੈਨੀਫਿਟ ਜਿਹੜਾ ਮਿਲਿਆ ਹੈ ਉਹ ਕਿੰਨੇ % ਲੋਕਾਂ ਨੂੰ ਮਿਲਿਆ। ਉਹ ਗਾਹਾਂ ਜਿਹੜੇ ਵਿਦਿਨ ਸ਼ਡਿਊਲਡ ਕਾਸਟ ਨੇ, ਜਿਹੜੀਆਂ ਵਾਲਮੀਕੀ ਤੇ ਰਵਿਦਾਸੀ, ਉਹਨਾਂ ਚੋਂ ਰਵਿਦਾਸੀ ਕਿੰਨੇ % ਨੂੰ ਮਿਲਿਆ, ਵਾਲਮੀਕੀ ਨੂੰ ਕਿੰਨੇ % ਨੂੰ ਮਿਲਿਆ, ਤੇ ਕਿਉਂ ਨਹੀਂ ਮਿਲਿਆ? ਉਹਨਾਂ 'ਚ ਤੁਸੀਂ ਮਸਲਾ ਕਿਵੇਂ ਹੱਲ ਕਰ ਦੋਗੇ? ਇੱਕ ਤਾਂ ਵਿਦਿਨ ਹੈ, ਇੱਕ ਕਿੰਨਿਆਂ ਨੂੰ ਮਿਲਿਆ। ਰਵਿਦਾਸੀਆਂ 'ਚ ਵੀ 5% ਉੱਪਰਲੇ ਪਰਿਵਾਰਾਂ ਨੂੰ ਮਿਲਿਆ, 95% ਤੱਕ ਉਹ ਬੈਨੀਫਿਟ ਗਿਆ ਕਿਉਂ ਨਹੀਂ? ਕੋਈ ਦੱਸੇ। ਹਾਂ, ਉਹ ਕਿਉਂਕਿ ਪੜ੍ਹੇ ਲਿਖੇ ਹੋ ਗਏ, ਉਹ ਹੁਣ ਜ਼ਿਆਦਾ ਬੋਲਦੇ ਨੇ, ਉਹਨਾਂ ਦੇ ਜਾਤ ਧਰਮ ਉਹਨਾਂ ਦੇ ਨਾਲ ਲੱਗਦੀ ਹੈ, ਇਸ ਕਰਕੇ ਉਹਨਾਂ ਨੂੰ ਐਕਸਪਲੋਇਟ ਕਰੀ ਜਾਂਦੇ ਨੇ। ਪੰਜਾਬ ਦੇ ਵਿੱਚ 25% ਸ਼ਡਿਊਲਡ ਕਾਸਟ ਡਾਕਟਰ ਨੇ, ਠੀਕ ਹੈ, ਫਿਰ ਸ਼ਡਿਊਲਡ ਕਾਸਟ ਦਾ ਚੰਗਾ ਹੋ ਜਾਂਦਾ। ਸ਼ਡਿਊਲਡ ਕਾਸਟ ਨੈਗਲੈਕਟ ਨਹੀਂ ਹੁੰਦੇ। 25% ਟੀਚਰ ਨੇ, ਬਲਕਿ ਵੱਧ ਹੀ ਨੇ ਸ਼ਡਿਊਲਡ ਕਾਸਟ, ਫਿਰ ਸ਼ਡਿਊਲਡ ਕਾਸਟ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ। ਆਪਾਂ ਇਹ ਗੱਲ ਜਿਹੜੀ ਆ, ਜਦ ਤੱਕ ਅਸੀਂ ਇਸ ਮਸਲੇ ਨੂੰ ਇਹ ਸਮਝਦੇ ਨਹੀਂ ਵੀ ਉਹ 25% ਆ ਜਾਣ, ਟੀਚਰ ਆ ਜਾਣ, ਡਾਕਟਰ ਆ ਜਾਣ, ਪਰ ਇਲਾਜ ਤਾਂ ਹਰੇਕ ਦਾ ਹੋਊਗਾ ਹੀ ਹੋਊਗਾ, ਪੜ੍ਹਾਈ ਤਾਂ ਹਰੇਕ ਦੀ ਹੋਊਗੀ, ਅਸੀਂ ਇਸ ਪਾਸੇ ਲੈ ਕੇ ਨਹੀਂ ਜਾਂਦੇ। ਲੋਕਾਂ ਨੂੰ, ਬੇਘਰਿਆਂ ਨੂੰ ਪਲਾਟ ਤਾਂ ਮਿਲਣਾ ਹੀ ਮਿਲਣਾ, ਪਰ ਜੇ ਪਲਾਟ ਲੈ ਕੇ ਵੇਚਿਆ ਜਾਂਦਾ ਹੈ, ਉਦੋਂ ਜਿਹੜੇ ਵੱਡੇ ਆਈਡੀਓਲੋਗ ਨੇ ਉਹ ਇਹ ਕਹਿੰਦੀ ਨਹੀਂ ਵੀ ਭਾਈ ਇਹ ਮਾੜੀ ਗੱਲ ਹੈ, ਕਿਉਂਕਿ ਉਹਨਾਂ ਨੇ 4 ਵੋਟਾਂ ਲੈਣੀਆਂ ਨੇ। ਫਿਰ ਤਾਂ ਠੀਕ ਹੈ, ਫਿਰ ਕਿਸੇ ਨੇ ਕਹਿੰਦੇ ਕਿ ਪੋਥੀ ਵਾਲੀ ਤੇ ਕਿਸੇ ਨੇ ਖੋਤੀ ਵਾਲੀ। ਬਿਲਕੁਲ ਡਾਕਟਰ ਸਾਹਿਬ, ਇੱਕ ਹੁਣ ਇਹਦੇ ਵਿੱਚ ਹੋਰ ਸਵਾਲ ਉੱਠਦਾ ਹੈ ਕਿ ਜਦੋਂ ਕਿਸਾਨ ਆਗੂ ਇਹ ਲਗਾਤਾਰ ਕਹਿੰਦੇ ਨੇ ਕਿ ਵਿਰੋਧ ਜਿਹੜਾ ਉਹ ਅਕਾਲੀ ਦਲ ਦਾ, ਵਿਰੋਧ ਬੀਜੇਪੀ ਦਾ, ਵਿਰੋਧ ਅਸੀਂ ਕਾਂਗਰਸ ਦਾ ਵੀ ਕਰਾਂਗੇ, ਪਰ ਜਦੋਂ ਗੱਲ ਆਮ ਆਦਮੀ ਪਾਰਟੀ ਦੀ ਆਉਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਦੀ ਸੱਤਾ ਜਾਂ ਉਹਨਾਂ ਦੀ ਸਿਆਸਤ ਜੋ ਪੰਜਾਬ ਦੇ ਵਿੱਚ ਅਸੀਂ ਨਹੀਂ ਹੰਡਾਵਾਂਗੇ ਤੇ ਫੇਰ ਗੱਲ ਕਰਾਂਗੇ, ਬਾਰੇ ਕੋਈ ਗੱਲ ਨਹੀਂ ਇਹੋ, ਉਹ ਸਿਰਫ ਉਹਦੀ ਗੱਲ ਕਰਦੇ ਨੇ। ਪਰ ਜਿਹਦੇ ਨੰਬਰ ਤੇ ਨਜ਼ਰ ਮਾਰ ਲਈਏ, 370 ਨੂੰ ਲੈ ਕੇ ਕੇਜਰੀਵਾਲ ਕੀ ਰਿਹਾ, ਜਾਂ ਹੋਰ ਪੰਜਾਬ ਪਾਣੀਆਂ ਨੂੰ ਲੈ ਕੇ ਦੀ ਗੱਲ ਕਹਿੰਦੇ ਨੇ, ਉਹਨੂੰ ਲੈ ਕੇ ਹੋਰ ਬਹੁਤ ਨਾਲ ਸੁਲਝਾਉਣ ਦੀ ਗੱਲ ਜਿਹੜੀ ਹੁੰਦੀ ਰਹਿੰਦੀ ਹੈ। ਦੇਖੋ, ਉਹ ਤਾਂ ਜਦ ਸਿਆਸੀ ਪਾਰਟੀ ਬਣ ਗਈ, ਉਹ ਸਿਆਸੀ ਪਾਰਟੀ ਨੂੰ ਇਹ ਅਧਿਕਾਰ ਹੈਗਾ, ਉਹ ਕਿਹਨੂੰ ਕਹੇ ਵੀ ਹਾਂ ਭਾਈ ਅਸੀਂ ਇਹਨੂੰ ਮਾੜਾ ਨਹੀਂ ਸਮਝਦੇ, ਕਿਹਨੂੰ ਕਹੇ ਨਹੀਂ ਸਮਝਦੇ, ਇਹ ਤਾਂ ਉਹਨਾਂ ਦਾ ਅਧਿਕਾਰ ਹੈ। ਇਹਦੇ 'ਚ ਤਾਂ ਆਪਾਂ ਨੂੰ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਵੀ ਉਹ ਕਾਂਗਰਸ ਜਾਂ ਅਕਾਲੀਆਂ ਨੂੰ ਕਿਉਂ ਨਹੀਂ ਵੋਟ ਕਹਿੰਦੇ ਤੇ ਆਪ ਵਾਲਿਆਂ ਨਾਲ ਕਿਵੇਂ ਨੇੜੇ ਜਾਂਦੇ ਨੇ, ਇਹ ਤਾਂ ਉਹਨਾਂ ਦਾ ਅਧਿਕਾਰ ਹੈ। ਜਦੋਂ ਬਣੀ ਸਿਆਸੀ ਅਖਾੜੇ ਚਲੇ ਗਏ, ਸਿਆਸੀ ਅਖਾੜੇ ਜਵਾਬ ਦੇਣਗੇ। ਜਦ ਉਹਨਾਂ ਨੂੰ ਕੋਈ ਦੂਜੇ ਪੁੱਛਣਗੇ, ਤੁਹਾਡੇ ਖਿਆਲ 'ਚ ਅਕਾਲੀ ਕਾਂਗਰਸੀ ਚੁੱਪ ਕਰਕੇ ਬੈਠਣਗੇ? ਉਹ ਵੀ ਸਵਾਲ ਕਰਨਗੇ, ਉਹਨਾਂ ਦਾ ਵੀ ਮੀਡੀਆ ਹੈਗਾ, ਸੋ ਉਹ ਆਪੇ ਜਵਾਬ ਦੇਣਗੇ ਉਹਨਾਂ ਗੱਲਾਂ ਦਾ। ਤਾਂ ਗੱਲ ਇਹ ਹੈ ਵੀ ਜਿਹੜਾ ਤੁਸੀਂ ਦੂਜਾ ਸਵਾਲ ਵੱਡਾ ਕਰਿਆ ਹੈ ਵੀ ਪੰਜਾਬ ਦੇ ਹੱਕਾਂ ਤੇ, ਘੱਟ ਗਿਣਤੀਆਂ ਦੇ ਹੱਕਾਂ ਤੇ ਧਾਰਾ 370 ਤੋੜਨ ਤੇ, ਉਹ ਸਟੈਂਡ ਕੀ ਸੀਗੇ? ਕਾਰਪੋਰੇਟ ਪ੍ਰਤੀ ਸਟੈਂਡ ਕੀ ਹੈ? ਬਿਲਕੁਲ, ਕਿਉਂਕਿ ਇਹਨਾਂ ਨੇ ਤਾਂ ਕਾਰਪੋਰੇਟ ਦੇ ਖਿਲਾਫ ਸਾਰਾ ਮੋਰਚਾ ਖੋਲ੍ਹਿਆ ਹੋਇਆ ਸੀ, ਫਿਰ ਕਾਰਪੋਰੇਟ ਪ੍ਰਤੀ ਕੀ ਸਟੈਂਡ ਹੈ? ਸੋ ਇਹਨਾਂ ਮੁੱਦਿਆਂ ਦੇ ਨਾਲ ਮਸਲੇ ਹੱਲ ਹੋਣੇ ਨੇ। ਇਹ ਮੁੱਦਿਆਂ 'ਚ ਬੰਦਾ ਜਦ, ਕਿਉਂਕਿ ਤੁਹਾਡੇ ਕੋਲ ਆਪਾ ਵਿਰੋਧੀ ਸਥਿਤੀ ਆ ਗਈ, ਜਦ ਤੁਸੀਂ ਸਿਆਸਤ 'ਚ ਜਾਂਦੇ ਹੋ, ਤੁਸੀਂ ਕੰਪਰੋਮਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹੋ। ਸਰਕਾਰਾਂ 'ਚ ਵੀ ਜਾ ਕੇ ਲੋਕ ਕਰਦੇ ਨੇ, ਬਥੇਰੇ ਇਹੋ ਜਿਹੇ ਅਫਸਰ ਨੇ, ਨਾਲੇ ਰਿਟਾਇਰਮੈਂਟ ਤੋਂ ਬਾਅਦ ਲੱਗੇ ਰਹਿੰਦੇ ਨੇ, ਪੂਰੀਆਂ ਮੋਟੀਆਂ ਤਨਖਾਹਾਂ ਵੀ ਲੈਂਦੇ ਨੇ, ਨਾਲੇ ਫਿਰ ਜਦ ਜਮਾਂ ਹੀ ਹਟ ਜਾਂਦੇ ਨੇ ਉਦੋਂ ਫਿਰ ਸਰਕਾਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ। ਨਾ ਤਾਂ ਸਰਕਾਰਾਂ ਕਦੇ ਟੋਟਲ ਮਾੜੀਆਂ ਹੋਈਆਂ ਨੇ, ਨਾ ਕਦੇ ਸਰਕਾਰਾਂ ਟੋਟਲ ਚੰਗੀਆਂ ਹੋਈਆਂ ਨੇ। ਸਰਕਾਰ ਦੇ ਵਿੱਚ ਕੁਝ ਗਲਤੀਆਂ ਹੁੰਦੀਆਂ ਨੇ, ਕੁਝ ਮਾੜਾ ਮੋਟਾ ਠੀਕ ਵੀ ਹੁੰਦਾ। ਜਿਹੜੀਆਂ ਗਲਤੀਆਂ ਹੁੰਦੀਆਂ ਉਹਨਾਂ ਨੂੰ ਵਿਰੋਧ ਕਰਨਾ ਹੁੰਦਾ। ਜਦ ਕੋਈ ਸਰਕਾਰੀ ਅਧਿਕਾਰੀ ਆ ਉਦੋਂ ਫਾਈਲਾਂ ਤੇ ਲਿਖੇ, ਉਦੋਂ ਤਾਂ ਆਪਣੀ ਬੱਚਤ ਵਾਸਤੇ ਵੀ ਹਾਏ ਮੈਨੂੰ ਕੋਈ ਕੁਝ ਕਹਿ ਨਾ ਜਾਵੇ, ਫਿਰ ਤਾਂ ਦੂਜਿਆਂ ਨੂੰ ਕਹਿਣ ਨੂੰ ਹੀ ਆ ਨਾ ਵੀ ਚੱਲ ਜਾ ਬੱਚਾ ਸੋਲੀ ਰਾਮ ਭਲੀ ਕਰੇਂਗੇ। ਇਹ ਭੁਲੇਖਾ ਨਾ ਅੱਜ ਤੱਕ ਕੀ ਸੀ, ਮੈਂ ਹੋਰ ਗੱਲ ਤੇ ਚਿੰਤਤ ਹਾਂ। ਕਿਸਾਨਾਂ ਦਾ ਸ਼ਾਨਾ ਮੱਤਾ ਅੰਦੋਲਨ ਹੈ, ਉਹ ਅੰਦੋਲਨ ਦੇ ਉੱਤੇ ਅਜੇ MSP ਦੀ ਮੰਗ ਵਿਚਾਲੇ ਪਈ ਹੈ, ਅਜੇ ਕੇਸ ਵਾਪਸ ਕਰਾਉਣ ਦੀ ਮੰਗ ਵਿਚਾਲੇ ਪਈ ਹੈ, ਅਜੇ ਜਿਹੜੇ ਸ਼ਹੀਦ ਹੋ ਗਏ 700 ਪਰਿਵਾਰ ਦੇ ਜੀ, ਉਹਨਾਂ ਦੇ ਪੁਨਰਵਾਸ ਦੀ, ਮੁੜ ਵਸੇਬੇ ਦੀ ਮੰਗ ਵਿਚਾਲੇ ਪਈ ਹੈ, ਅਜੇ ਬਿਜਲੀ ਦੇ ਬਿੱਲ ਵਾਲਾ ਮਾਮਲਾ ਵੀ ਵਿਚਾਲੇ ਪਿਆ ਹੈ। ਤੁਸੀਂ ਵਿਚਾਲੇ ਵਿਆਹ 'ਚ ਬੀਜ ਦਾ ਦੇਖਾ ਪਾਇਆ, 22 ਇਹਨਾਂ ਦੇ ਨਾਲ ਆ ਗਈਆਂ ਸਿੱਧੀਆਂ, 3 ਨੇ ਕਹਿੰਦਾ ਸਮਰਥਨ, 7 ਤਾਂ ਵੈਸੇ ਹੀ ਵੱਖਰੀਆਂ ਹੋ ਗਈਆਂ।
ਤੁਹਾਡਾ ਸੰਯੁਕਤ ਮੋਰਚਾ ਕਿੱਥੋਂ ਰਹਿ ਗਿਆ? ਜਦ ਤੁਸੀਂ ਜਾਓਗੇ, ਜਿਹੜਾ ਬੰਦਾ ਅੱਜ ਸਿਆਸਤ 'ਚ ਕੁੱਦਿਆ ਹੋਇਆ ਹੈ ਉਹ ਜਾਏਗਾ ਮੋਰਚੇ 'ਚ। ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਤੁਹਾਨੂੰ ਕਰਦਾ ਮੈਂ, ਇਹ ਸੋਚੋ ਤੁਸੀਂ ਕੀ ਹੈ, ਦਰਸ਼ਕ ਵੀ ਸੁਣਨਗੇ। ਤੁਸੀਂ ਕਿਸਾਨ ਮੋਰਚੇ ਦੇ ਬੰਦੇ ਹੋ, ਤੁਸੀਂ ਸਿਆਸਤ 'ਚ ਕੁੱਦ ਪਏ, ਤੁਸੀਂ ਮੁੜ ਕੇ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਉੱਥੇ ਜਾ ਕੇ ਬੋਲਦੇ ਹੋ। ਉੱਥੇ ਸੰਯੁਕਤ ਕਿਸਾਨ ਮੋਰਚੇ 'ਚ ਕੋਈ ਹੋਰ ਪਾਰਟੀ ਦੇ ਬੰਦੇ ਵੀ ਹੈਗੇ ਨੇ, ਕਿਸਾਨ ਨੇ, ਉਹ ਕਹਿੰਦੇ ਸਾਡਾ ਲੀਡਰ ਵੀ ਆ ਕੇ ਬੋਲੂ, ਤੁਸੀਂ ਉਹਨੂੰ ਕਿਵੇਂ ਰੋਕੋਗੇ? ਪਹਿਲਾਂ ਤੁਸੀਂ ਰੋਕਦੇ ਰਹੇ ਹੋ। ਅਗਲੀ ਗੱਲ, ਜੇ ਤੁਸੀਂ ਨਹੀਂ ਵੀ ਰੋਕੋਗੇ ਫਿਰ ਉਹੀ ਗੱਲ ਹੋ ਗਈ, ਇਹਦਾ ਮਤਲਬ ਪਹਿਲਾਂ ਤੁਹਾਡਾ ਸਟੈਂਡ ਹੀ ਗਲਤ ਸੀ। ਜਿਹੜਾ ਸਿਆਸੀਆਂ ਨੂੰ ਤੁਸੀਂ ਆਉਣ ਨਹੀਂ ਦਿੰਦੇ ਸੀ ਉਦੋਂ ਤੁਹਾਡਾ ਸਟੈਂਡ ਗਲਤ ਸੀ। ਤੁਹਾਨੂੰ ਜਵਾਬ ਤਾਂ ਦੇਣਾ ਪਏਗਾ ਨਾ ਲੋਕਾਂ ਦੇ ਸਾਹਮਣੇ। ਜੇ ਤੁਸੀਂ ਕਹਿੰਦੇ ਨਾ ਅਸੀਂ ਜੋ ਮਰਜ਼ੀ ਕਰੀਏ, ਫਿਰ ਤੁਹਾਡੇ ਤੇ ਦੂਜਿਆਂ 'ਚ ਫਰਕ ਕੀ ਹੈ? ਬਿਲਕੁਲ, ਤੁਹਾਨੂੰ ਲੋਕਾਂ ਨੂੰ ਜਵਾਬ ਦੇਣਾ ਪਏਗਾ। ਤੁਹਾਨੂੰ ਲੋਕਾਂ ਨੂੰ ਜਵਾਬ ਦੇਣਾ ਪਏਗਾ ਵੀ ਤੁਸੀਂ ਜੇ ਇਹ ਕਹਿੰਦੇ ਹੋ ਕਿ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨੀ ਹੈ, ਤਾਂ ਫਿਰ ਮੁਲਾਜ਼ਮ ਕੰਮ ਵੀ ਕਰਨ। ਲੋਕਾਂ ਦਾ ਕੰਮ ਨਹੀਂ ਹੋ ਰਿਹਾ, ਉਹਦੇ 'ਚ ਕੀ ਕਹੋਗੇ? ਇਹਨੂੰ ਬੈਲੈਂਸ ਕਰਨਾ ਪਊਗਾ ਗੱਲ ਨੂੰ। ਹਸਪਤਾਲ 'ਚ ਇਲਾਜ ਹੋਵੇ, ਸਕੂਲ 'ਚ ਪੜ੍ਹਾਇਆ ਜਾਵੇ ਬੱਚੇ ਨੂੰ, ਸਰਕਾਰੀ ਸਕੂਲ 'ਚ, ਤੁਸੀਂ ਜੇ ਉਤਲਿਆਂ ਦੇ ਫਿਰ ਏਦਾਂ ਹੀ ਰੈਵਨਿਊ ਆ ਰਿਹਾ। ਆਪਾਂ ਕਈ ਵਾਰੀ ਚਰਚਾ ਕਰੀ ਹੈ ਰੈਵਨਿਊ ਦੀ ਤੱਕ ਸੰਗ ਵੰਡਤ ਦਾ, ਤੁਸੀਂ ਲਾਇਆ ਹਿਸਾਬ? ਕਿਉਂਕਿ ਤੁਸੀਂ ਕੰਪਰੋਮਾਈਜ਼, ਤੁਸੀਂ ਪਹਿਲਾਂ ਹੀ ਉਹ ਬੰਦਿਆਂ ਦੇ ਨਾਲ ਉਹਨਾਂ ਦੀ ਰਾਏ, ਹੋਰ ਸਾਰਾ ਕੁਝ ਹੋ ਰਿਹਾ ਹੈ ਜਿਹਦੇ ਰਾਹੀਂ ਤੁਹਾਡੇ ਮੋਰਚੇ ਨੂੰ ਢਾਹ ਲੱਗਣੀ ਸੀ। ਮੇਰੀ ਚਿੰਤਾ ਤਾਂ ਯੂਪੀ ਦੀ ਹੈ। ਇਹ ਪੰਜਾਬ ਦੀ ਕੋਈ ਵੱਡੀ ਗੱਲ ਨਹੀਂ। ਯੂਪੀ ਦੇ ਵਿੱਚ ਬੀਜੇਪੀ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ, ਉਹਦੇ ਵਾਸਤੇ ਰਸਤਾ ਖੁੱਲਿਆ। ਔਰ ਇਹ ਕਿਤੇ ਨਾ ਕਿਤੇ ਬੀਜੇਪੀ ਔਰ ਕਾਰਪੋਰੇਟ, ਇਹ ਦੋਹਾਂ ਦੀ ਚਾਲ ਹੈ। ਕਿਉਂਕਿ ਕਾਰਪੋਰੇਟ ਦੀ ਤੇ ਬੀਜੇਪੀ ਦੀ ਹਾਰ ਹੋਈ ਹੈ ਨਾ। ਕਿਸਾਨ ਮੋਰਚੇ ਨੇ ਕਿਹਨੂੰ ਹਰਾਇਆ? ਕਾਰਪੋਰੇਟ ਨੇ ਬੀਜੇਪੀ ਨੂੰ। ਫਿਰ ਉਹ ਦੋ ਹੀ ਕੋਸ਼ਿਸ਼ ਕਰਨਗੇ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਇੱਥੇ ਇਸੇ ਉਸ ਚੀਰਲ ਗੱਡੀਏ 'ਚ ਪਾ ਦੋ। ਉਹਨਾਂ ਦੀ ਕੋਸ਼ਿਸ਼ ਹੈ। ਹਾਂ, ਹੁਣ ਤੁਸੀਂ ਸਵਾਲ ਕਰੋ। ਡਾਕਟਰ ਸਾਹਿਬ, ਮੇਰਾ ਆਖਰੀ ਤੇ ਵੱਡਾ ਸਵਾਲ ਹੀ ਹੈ, ਮੈਂ ਇਸੇ ਤੇ ਆਉਣਾ ਸੀਗਾ ਕਿ ਹੁਣ ਬੀਜੇਪੀ ਜਿਹੜੀ ਪਹਿਲਾਂ ਕਹਿੰਦੀ ਸੀ ਕਿ ਸਿਆਸੀ ਨੇ ਉਹਨਾਂ ਨੂੰ ਮੌਕਾ ਨਹੀਂ ਸੀ ਮਿਲ ਰਿਹਾ ਇਹ ਸਾਬਤ ਕਰਨ, ਉਹ ਸਾਬਤ ਕਰਨਗੇ। ਹੁਣ ਉਹ ਕਹਿਣਗੇ ਕਿ ਖੇਤੀ ਕਾਨੂੰਨ ਜਿਹੜਾ ਉਹ ਕਹਿੰਦੇ ਨੇ ਕਿ ਵਾਪਸ ਵੀ ਆ ਸਕਦੇ ਨੇ, ਤਾਂ ਉਹ ਵਾਪਸ ਵੀ ਲੈ ਆਉਣਗੇ। ਫਿਰ ਇਹ ਕਿਹੜੇ ਮੂੰਹ ਨਾਲ ਸੰਯੁਕਤ ਮੋਰਚਾ ਜਾਂ ਸੰਯੁਕਤ ਜਿਹੜਾ ਪੰਜਾਬ ਦਾ ਇਹਨਾਂ ਨੇ ਮੋਰਚਾ ਬਣਾਇਆ, ਇਹ ਕਿੱਦਾਂ ਫਿਰ ਅੰਦੋਲਨਕਾਰੀ ਬਣ ਜਾਣਗੇ? ਉਹਨਾਂ ਨੇ ਫਿਰ ਅੰਦੋਲਨ ਨਹੀਂ ਕਰਨ ਦੇਣਾ, ਉਹਨਾਂ ਨੇ ਉਸ ਪੱਧਰ ਤੇ ਇਹਨਾਂ ਨੂੰ ਨਹੀਂ ਹੋਣ ਦੇਣਾ, ਉਹਨਾਂ ਨੇ ਪੰਜਾਬ ਵੀ ਨਹੀਂ ਟੱਪਣ ਦੇਣਾ, ਈਵਨ ਤੱਕ ਇਹਨਾਂ ਦੇ ਜ਼ਿਲ੍ਹੇ ਵੀ ਨਹੀਂ ਟੱਪਣ ਦੇਣੇ ਇਹਨਾਂ ਨੂੰ। ਦੇਖੋ, ਜਦ ਸਿਆਸੀ ਹੋਏ ਬਣ ਗਏ ਫਿਰ ਤਾਂ ਭਜਦਾਂ ਨੂੰ ਬਾਹਨ ਇੱਕੋ ਜਿਹੇ ਰਹਿਣਗੇ। ਸਿਆਸੀ ਬੰਦਿਆਂ ਨੂੰ ਕਿਉਂ ਟੱਪਣ ਦੇਣਗੇ? ਜੋ ਬਾਦਲਾਂ ਨਾਲ ਕਰਦੀ ਹੈ ਭਾਰਤ ਸਰਕਾਰ, ਜਦ ਇਹ ਅੱਡ ਹੋ ਗਏ, ਉਹ ਇਹਨਾਂ ਨਾਲ ਨਹੀਂ ਕਰੂ ਕਿਸਾਨਾਂ ਨਾਲ ਫਿਰ, ਕਿਉਂਕਿ ਇਹ ਤਾਂ ਸਿਆਸੀ ਬਣ ਗਏ ਨਾ ਫਿਰ। ਸੋ ਜਦ ਤੁਸੀਂ ਸਿਆਸਤ ਦੇ, ਹੁਣ ਬੀਜੇਪੀ ਹੁਣ ਕਿਉਂ ਕਹੂਗੀ? ਬੀਜੇਪੀ ਤਾਂ ਸਮਾਂ ਕਹੂਗੀ ਕੋਈ ਨਹੀਂ, ਚੁੱਪ ਰਹੂਗੀ। ਇਹ ਵੀ ਨਹੀਂ ਕਹੂ ਚੰਗਾ ਕਰਿਆ, ਕਿਉਂਕਿ ਬੀਜੇਪੀ ਦੀ ਤਾਂ ਗੇਮ ਹੈ, ਉਹਦਾ ਤਾਂ ਇੰਟਰਸਟ ਸੀ ਵੀ ਇਹ ਮੰਨ, ਇਹੀ ਉਹ ਚਾਹੁੰਦੇ ਸੀ। ਕਿਉਂਕਿ ਹੁਣ ਯੂਪੀ ਦਾ ਪੰਗਾ ਸੀਗਾ, ਯੂਪੀ ਜਿੱਤਣੀ ਆ ਉਹਨਾਂ ਨੇ। ਇੱਕ ਤਾਂ ਦੂਜੀ ਗੱਲ, ਜਿਹੜਾ ਤੁਸੀਂ ਕਹਿੰਦੇ ਹੋ ਵੀ ਸਰਕਾਰ ਕੀ ਕਰੂ, ਸਰਕਾਰ ਤਾਂ ਅਗਲੀ ਗੱਲ ਹੈ ਸੁਖਵਿੰਦਰ ਜੀ। ਲੋਕ ਕਿਵੇਂ ਜਾਣਗੇ ਨਾਲ? ਲੋਕ ਇਹਨਾਂ ਨਾਲ ਕਿਸਾਨ ਮੋਰਚੇ 'ਚ ਗਏ ਸੀ ਇੱਕ ਨਵੀਂ ਸਿਆਸਤ ਵਾਸਤੇ, ਨਾ ਕਿਹਾ ਚੋਣਾਂ ਦੇ ਉਸ 'ਚ ਪੈਣ ਦੇ ਵਾਸਤੇ। ਠੀਕ ਹੈ, 4 ਬੰਦੇ ਸਪੋਰਟ ਵੀ ਕਰ ਦੇਣਗੇ, ਉਹ ਉਦੋਂ ਜ਼ਿਆਦਾ ਨਿਰਾਸ਼ ਹੋਣਗੇ। ਜਿਹੜੇ ਅੱਜ ਨਾ ਅੱਡੀਆਂ ਚੱਕ ਕੇ ਕਹਿਣਗੇ ਵੀ ਹਾਂ ਨਹੀਂ ਚੋਣ ਲੜਨੀ ਚਾਹੀਦੀ ਹੈ, ਉਹ ਜ਼ਿਆਦਾ ਨਿਰਾਸ਼ ਹੋਣਗੇ। ਜਿਹੜੇ ਇਹਨਾਂ ਨੂੰ ਉਂਗਲ ਲਾਉਣ ਜਾਂ ਕੋਸ਼ਿਸ਼ ਕਰਦੇ ਨੇ ਦੱਸਣ ਦੀ, ਉਹ ਇਦੋਂ ਜ਼ਿਆਦਾ, ਕਿਉਂਕਿ ਉਹਨਾਂ ਨੇ ਜ਼ਿੰਮੇਵਾਰੀ ਤਾਂ ਨਹੀਂ। ਇਹ ਹਾਲ ਹੋਣਾ, ਅੱਗ ਲਾਈ ਡੱਬੂ ਕੰਧ 'ਚ। ਤੁਸੀਂ ਦੇਖਿਓ ਸਹੀ ਕੀ ਹੋਣਾ। ਸੋ ਇਸ ਕਰਕੇ ਇਹ ਦੇਖਣ ਨੂੰ ਲੱਗਦਾ ਹੈ, ਦੇਖਣ ਨੂੰ ਇਹ ਲੱਗਦਾ ਹੈ ਵੀ ਇਹ ਤਾਂ ਜੀ ਸ਼ੁਰੂ ਹੈ, ਇਹ ਤਾਂ ਆਏ ਹੈ ਜੀ, ਇਹ ਹੁਣੀ ਕੀ ਕਰਨਾ ਕ੍ਰਿਟੀਸਾਈਜ਼ ਕਰਕੇ। ਨਾ ਕਰੋ ਕ੍ਰਿਟੀਸਾਈਜ਼, ਪਰ ਜਿਹੜਾ ਬੰਦਾ ਜਿਹੜੀ ਟਾਹਣੀ ਤੇ ਬੈਠਾ ਹੈ, ਜੋ ਉਸੇ ਨੂੰ ਕੱਟ ਰਿਹਾ ਹੈ, ਤੇ ਕੋਈ ਲੰਘਦਾ ਵੜਦਾ ਕਹਿੰਦਾ ਭਾਈ ਇਹ ਗਿਰੂਗਾ, ਉਹ ਕਹਿੰਦਾ ਲਓ ਜੀ ਇਹ ਤਾਂ ਇਹਨੂੰ ਕੱਟਣੀ ਨਹੀਂ ਦੇ ਰਿਹਾ। ਆਪਣੇ ਕਹੇ ਤੋਂ ਤਾਂ ਇਹਨਾਂ ਨੇ ਹਟਣਾ ਨਹੀਂ, ਆਪਣੇ ਕਹੇ ਤੋਂ ਇਹਨਾਂ ਨੇ ਚੋਣਾਂ ਲੜਨੀਆਂ ਨਹੀਂ, ਪਰ ਆਪਣਾ ਕੰਮ ਹੈ ਅਗਾਂਹ ਕਰਨਾ। ਜੇ ਕਿਸਾਨ ਅੰਦੋਲਨ 'ਚ ਅਸੀਂ ਅਗਾਂਹ ਕਰਦੇ ਰਹੇ, ਹੁਣ ਵੀ ਕਰਾਂਗੇ। ਉਦੋਂ ਜਿਹੜੇ ਕਿਸਾਨ ਅੰਦੋਲਨ ਦੇ ਵਿਰੋਧੀ ਸੀਗੇ, ਉਹ ਸਾਨੂੰ ਗਲ ਦੁੱਪੜ ਕੱਢਦੇ ਸੀਗੇ, ਕੁਝ ਕਹਿੰਦੇ ਸੀਗੇ। ਹੁਣ ਇਹ ਭਾਈ ਇਹ ਕਿਸਾਨ ਕਹਿਣ ਲੱਗ ਜਾਣਗੇ ਜਿਹੜੇ ਆਪਣਾ ਚੋਣਾਂ ਲੜਨਗੇ, ਕਿਉਂਕਿ ਕਹਿਣਾ ਤਾਂ ਇਹਨਾਂ ਨੇ ਵੀ ਆ। ਇਹਨਾਂ ਨੇ ਕਿਹੜਾ ਕਿਸੇ ਨਾਲ ਭਲਾ ਬਖਸ਼ਣਾ, ਤੇ ਉੱਥੋਂ ਹੀ ਪਤਾ ਲੱਗ ਜੂ ਇਹ ਕਿਹੋ ਜਿਹੇ ਕਮੈਂਟ, ਕਿਹੋ ਜਿਹੇ ਇਹਨਾਂ ਦੇ ਮੀਡੀਆ ਦੇ ਬੰਦੇ ਪਾਉਂਦੇ ਨੇ ਕਮੈਂਟ, ਜਿਹੜੇ ਇਹਨਾਂ ਦੀ ਆਲੋਚਨਾ ਕਰਦੇ ਨੇ। ਉਦੋਂ ਪਤਾ ਲੱਗ ਜੂ ਵੀ ਭਾਈ ਆਹ ਆਲੋਚਨਾ ਨੂੰ ਇੰਨਾ ਕਈ ਬਰਦਾਸ਼ਤ ਕਰਦੇ ਨੇ।
ਡਾਕਟਰ ਸਾਹਿਬ ਇੱਕ ਜਾਂਦੇ ਜਾਂਦੇ ਇਹ ਵੀ ਕਲੀਅਰ ਕਰਿਓ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਇਹ ਬੀਜੇਪੀ ਚਾਹੁੰਦੀ ਸੀ ਜਾਂ ਆਰਐਸਐਸ ਚਾਹੁੰਦੀ ਸੀ, ਇੱਕ ਟ੍ਰੈਪ ਸੀਗਾ, ਉਸ ਟ੍ਰੈਪ ਦੇ ਵਿੱਚ ਰਾਜੇਵਾਲ ਸਾਹਿਬ ਵਰਗੇ ਵੱਡੇ ਲੀਡਰ ਕਿੱਦਾਂ ਆ ਗਏ ਜਿਨ੍ਹਾਂ ਨੂੰ ਕਿਸਾਨਾਂ ਦਾ ਮਾਈਂਡ ਕਿਹਾ ਜਾਂਦਾ ਸੀ ਕਿ ਸਾਰੀ ਕਿਸਾਨਾਂ ਦੀ ਜਿਹੜੀ ਦਿਮਾਗ ਦੀ ਗੇਮ ਆ ਉਹ ਸਾਰੀ ਰਾਜੇਵਾਲ ਸਾਹਿਬ ਸਾਰਾ ਤਾਣਾ ਬਾਣਾ ਉਹ ਸੈੱਟ ਕਰਦੇ ਨੇ, ਤਾਂ ਉਹ ਕਿੱਦਾਂ ਇਸ ਟ੍ਰੈਪ ਵਿੱਚ ਆ ਗਏ? ਦੇਖੋ ਮਾਈਂਡ ਐ ਨਹੀਂ ਹੁੰਦਾ ਕੱਲਾ, ਮਾਈਂਡ ਹਮੇਸ਼ਾ ਹੀ ਕਲੈਕਟਿਵ ਹੁੰਦਾ ਹੈ ਔਰ ਬਹੁਤ ਵਾਰੀ ਹੁੰਦਾ ਹੈ। ਕਈ ਵਾਰੀ ਮੀਡੀਆ ਵਾਲੇ ਮੈਂ ਦੇਖਦਾ ਮੀਡੀਆ ਵਾਲੇ ਸਵਾਲ ਕਰਕੇ ਮੇਰੇ ਤੋਂ ਜਵਾਬ ਕਢਾ ਲੈਂਦੇ, ਨਹੀਂ ਕਈ ਵਾਰ ਮੇਰਾ ਉੱਧਰ ਧਿਆਨ ਨਹੀਂ ਗਿਆ ਹੁੰਦਾ। ਐ ਨਹੀਂ ਹੁੰਦਾ, ਕੋਈ ਕਹੂਗਾ ਪਿਆ ਦਾ ਦਿਮਾਗ ਹੈ। ਮੈਨੂੰ ਕਿਸੇ ਨੇ ਪੁੱਛਿਆ ਸੀ, ਮੈਂ ਤੁਹਾਨੂੰ ਤਾਂ ਇੱਕ ਲਾਈਨ 'ਚ ਕਹਿਣਾ, ਮੈਨੂੰ ਕਹਿੰਦੇ ਡਾਕਟਰ ਸਾਹਿਬ ਤੁਹਾਡੇ ਕੋਲ ਬੜਾ ਨੌਲੇਜ ਹੁੰਦੀ ਹੈ, ਬੜਾ ਹੁੰਦਾ। ਮੈਂ ਯਾਰ ਮੇਰੀ ਤਾਂ ਆਪਣੀ 10% ਹੈ, 90% ਲੋਕਾਂ ਦੀ ਹੈ। ਉਹ ਕਹਿੰਦੇ ਕਿਵੇਂ? ਮੈਂ ਕਿਹਾ ਹੁਣ ਤੁਸੀਂ ਮੇਰੇ ਕੋਲ ਆਏ ਹੋ, ਤੁਸੀਂ ਮੈਨੂੰ ਆਪਣੀ ਸਮੱਸਿਆ ਦੱਸੀ ਹੈ, ਉਹਦੇ ਬਾਰੇ ਕਾਨੂੰਨ ਦੱਸਿਆ, ਉਹਦੇ ਬਾਰੇ ਕਾਗਜ਼ ਦਿੱਤੇ ਨੇ। ਕਹਿੰਦਾ ਹਾਂ। ਮੈਂ ਕਿਹਾ ਤੁਹਾਡੇ ਕੋਲ ਤਾਂ ਇਕੱਲੇ ਕੋਲ ਇੱਕੋ ਹੀ ਰਹਿ ਜਾਣਗੇ, ਹੋ ਸਕਦਾ ਇਹ ਵੀ ਨਾ ਮੇਰੇ ਮੁੜ ਕੇ ਮੇਰੀ ਆ ਲਾਇਬ੍ਰੇਰੀ 'ਚ ਟਿਕ ਜਾਣੇ ਸਾਰੇ, ਇੱਧਰ ਦਿਮਾਗ 'ਚ ਪੈ ਜਾਂਦੇ ਵੀ ਆਹ ਗੱਲ ਹੈ। ਸੋ ਮੇਰਾ ਆਪਣਾ ਨਹੀਂ ਹੁੰਦਾ, ਕਿਸੇ ਲੀਡਰ ਦਾ ਆਪਣਾ ਦਿਮਾਗ ਨਹੀਂ ਹੁੰਦਾ। ਆਲੇ ਦੁਆਲੇ ਉਹ ਸਾਰਾ ਕਿੰਨਾ ਅੱਛਾ ਹੀ ਤਾਂ ਇਕੱਠੇ ਸੀਗੇ 32, ਉਹ ਫਿਰ ਚਰਚਾ ਹੁੰਦੀ ਸੀ, ਹੋਰ ਹੁੰਦੀ ਸੀ, ਫਿਰ ਬਾਹਰੋਂ ਇੰਨੀ ਫੀਡਬੈਕ ਸੀ। ਹੁਣ ਉਹ ਫੀਡਬੈਕ ਘਟੇਗੀ ਕਿਉਂਕਿ ਜਦ ਟੁੱਟ ਗਈਆਂ ਜਥੇਬੰਦੀਆਂ। ਪਹਿਲੀ ਗੱਲ, ਸਰਕਾਰ ਕੋਲੇ ਤੁਸੀਂ ਆਮ ਨਹੀਂ ਦੇਖਦੇ ਵੀ ਇੱਕ ਤਾਂ ਮੁੱਠੀ ਵਿੱਚ ਹੀ ਹੋਈ ਹੈ, ਇੱਕ ਐ ਖੁੱਲਣੀ ਸ਼ੁਰੂ ਹੋ ਗਈ, ਇੱਕ ਉਂਗਲ ਬਾਹਰ ਹੋ ਗਈ, ਅਗਲੇ ਨੂੰ ਪਤਾ ਲੱਗਦਾ ਲੈ ਵੀ ਹੁਣ ਟੁੱਟ ਗਏ ਇਹ ਬੀਜੇਪੀ ਤਾਂ ਅੱਜ ਬੀਜੇਪੀ ਤੇ ਕਾਰਪੋਰੇਟ ਦਾ ਅੱਜ ਦੀਵਾਲੀ ਮਨਾਉਣਗੇ ਵੀ ਕਮਾਲ ਹੋ ਗਈ, ਬਸ ਜਿਹਨੇ ਸਾਨੂੰ ਝੁਕਾ ਲਿਆ ਸੀ ਹੁਣ ਫਸ ਗਏ ਸਾਡੇ ਚੰਗਲ 'ਚ। ਇਹ ਚੰਗਲ 'ਚ ਫਸੇ ਨੇ ਕਿਉਂਕਿ ਮੈਨੂੰ ਵੀ ਬਹੁਤ ਵਾਰੀ ਸਰਕਾਰ ਨੇ ਕਹਿਣਾ ਤੁਹਾਨੂੰ ਲਾ ਦਿੰਦੇ ਜੀ ਫਲਾਣੀ ਥਾਂ 'ਤੇ, ਤੁਸੀਂ ਮਸਲਾ ਹੱਲ ਕਰ ਰਹੇ ਹੋ। ਮੈਂ ਕਹਿੰਦਾ ਤੁਹਾਨੂੰ ਆਪਦੇ ਅਫਸਰ ਕਿਉਂ ਨਹੀਂ ਕਰਦੇ? ਫਿਰ ਅਲਟੀਮੇਟਲੀ ਇੱਥੇ ਤੱਕ ਵੀ ਆਉਣਾ, ਮੈਂ ਕਹਿੰਦਾ ਚੰਗਾ ਮੈਂ ਆਪਦੀ ਛੁੱਟੀ ਲੈ ਕੇ ਆ ਜਾਣਾ, ਮੈਂ 6 ਮਹੀਨੇ ਕਰਕੇ ਦਿਖਾਉਣਾ। ਫਿਰ ਸਰਕਾਰ ਨੂੰ ਪਿੱਛੂ ਪੈ ਜਾਣੇ ਵੀ ਜੇ ਛੁੱਟੀ ਲੈ ਕੇ ਆ ਕੇ ਕਰੂਗੇ ਤਾਂ ਮੋਰਲੀ ਉੱਚਾ ਹੋ ਜੂ ਕਿਉਂਕਿ ਆਪਦੀ ਛੁੱਟੀ ਲੈ ਕੇ ਮਸਲਾ ਇਹਨੇ ਹੱਲ ਕਰ ਦੇਣਾ। ਆਪਦੀ ਛੁੱਟੀ ਲੈ ਕੇ ਕਰ ਰਿਹਾ, ਲਾਲਚ ਵੀ ਨਾ ਪੋਸਟਿੰਗ ਦਾ ਲਾਲਚ ਹੈ, ਤਨਖਾਹ ਨਹੀਂ ਲੈਣੀ। ਫਿਰ ਅਗਲਿਆਂ ਨੂੰ ਪਿੱਛੂ ਪੈ ਜਾਣੇ ਬਿਨਾ ਐ ਨਹੀਂ ਪੁੱਗਦਾ। ਅਸਲ 'ਚ ਤੁਹਾਨੂੰ ਟਰੈਪ 'ਚ ਤੁਹਾਨੂੰ ਵੀ ਤੁਸੀਂ ਸਿਆਣੇ ਬੜੇ ਹੋ ਜੀ, ਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਜਿੰਨਾ ਤਾਂ ਸਿਆਣਾ ਲੀਡਰ ਹੀ ਕੋਈ ਨਹੀਂ ਜੀ, ਤੁਸੀਂ ਤਾਂ ਫਲਾਣੇ ਨੂੰ ਐਂ ਕਰਤਾ ਜੀ, ਤੁਹਾਨੂੰ ਤਾਂ ਹਰੇਕ ਗੱਲ ਦਾ ਪਤਾ ਹੁੰਦਾ ਜੀ, ਤੁਹਾਨੂੰ ਬੜਾ ਵੱਡਾ ਬਣਾ ਦਿੰਦੇ ਨੇ। ਉਹਦੇ ਉਸੇ ਬੜੇ ਵੱਡੇ 'ਚ ਚਾਟੂਕਾਰਤਾ ਜਿਹਨੂੰ ਆਪਾਂ ਕਹਿੰਦੇ ਹਾਂ, ਔਰ ਕਈ ਵਾਰੀ ਸੱਚੀ ਵੀ ਤੁਹਾਡੀ ਤਾਰੀਫ ਕਰਦੇ ਨੇ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਉਸ ਤਾਰੀਫ 'ਚ ਫਸਣਾ ਨਹੀਂ। ਇੱਕ ਗੱਲ ਲਾਸਟ ਮੈਂ ਕਹਾਂਗਾ, ਕਬੀਰ ਸਾਹਿਬ ਨੇ ਕਿਹਾ, कबीरा गर्व न कीजिए ऊंचा देख आवास, आज काल पोए लेटना ऊपर जामा कास। कबीरा गर्व न कीजिए रंक न हंसिए कोई, अजय तो नौ समुंद में क्या जानो क्या होए। ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ। ਕਿਸਾਨਾਂ ਨੇ ਜੋ ਨਵਾਂ ਮੋਰਚਾ ਆਪਣਾ ਸਿਆਸੀ ਮੋਰਚਾ ਖੜਾ ਕੀਤਾ ਉਹਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ। ਨਤੀਜੇ ਭਵਿੱਖ ਵਿੱਚ ਤੁਹਾਡੇ ਸਾਡੇ ਸਭ ਦੇ ਸਾਹਮਣੇ ਹੋਣਗੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।